ਸਤਿਨਾਮ ਵਾਹਿਗੁਰੂ ਸਾਹਿਬ ਜੀ। ਚਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਨਜੈ। ਤਿਰ ਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਣ। ਕਰਮ ਨਾਮ ਬਰਨਤ ਸੁਮਤ, ਕਹਾ ਬੁੱਧ ਪ੍ਰਭ ਤੁਸ਼ ਹਮਾਰੇ। ਬਰਨ ਸਕੈ ਮਹਿਮਾ ਜੇ ਤੁਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਵਰ ਹੈ। ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਵਰ ਹੈ। ਚੰਦਨ ਚੰਦਨਾ ਸਰਦ ਰੁੱਤ, ਮੂਲ ਨ ਮਿਟਾਈ ਕਹਾਮ। ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ। ਚਰਨ ਕਮਲ ਕੀ ਓਟ, ਉਦਰੇ ਸਗਲ ਜਾਨ। ਸੁਨ ਪਰਤਾਪ ਗੋਵਿੰਦ, ਨਿਰਭਉ ਭਏ ਮਾਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਸੰਤ ਜਨਾ ਸਿਉ ਸੰਗ,
ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਨ ਗੁਰਦੇਵ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਵਾਸਤੇ। ਮੇਰੇ ਗੁਰਦੇਵ ਜੀ ਆਪ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਆਪ ਰਹਿਮਤ ਦੇ ਘਰ ਵਿੱਚ ਆਣ ਕਰਕੇ ਸੱਚਖੰਡ ਘਰ ਵਿੱਚੋਂ ਆਪ ਜੀ ਨੇ ਚੱਲ ਕਰਕੇ ਇਸ ਮਾਤ ਲੋਕ ਵਿੱਚ ਆਣ ਕਰਕੇ ਸਾਡੇ ਉਧਾਰ ਹਿੱਤ ਆਪਣਾ ਆਸਨ ਕੀਤਾ ਹੈ। ਧੰਨ ਹਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਸ ਸਿੱਖ ਸੰਗਤਾਂ ਹਰ ਰੋਜ਼ ਆਪਣੀਆਂ ਰਜੋਈਆਂ ਲੈ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਨਤਮਸਤਕ ਹੁੰਦੀ ਹੈ। ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਉਹਨਾਂ ਤੇ ਰਹਿਮਤ ਕਰਕੇ ਦਿਆਲਤਾ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਵਾਜਦੇ ਹਨ। ਸੋ ਅੱਜ ਦੇ ਦਿਹਾੜੇ ਵੀ ਸਤਿਗੁਰੂ ਸਾਹਿਬ ਜੀ ਦੇ ਪਾਸ ਜਿਸ ਸਮੇਂ ਸਿੱਖ ਸੰਗਤਾਂ ਨੇ ਬੇਨਤੀਆਂ ਕੀਤੀਆਂ ਹਨ ਮੇਲ ਲਿਹੋ ਦਇਆਲ ਟਹਿ ਪਏ ਦੁਆਰਿਆ ਰੱਖ ਲੇਵਹੁ ਦੀਨ ਦਿਆਲ ਭਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ। ਇਹ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਅਨੇਕਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਆਪ ਬਖਸ਼ਿਸ਼ ਕਰਕੇ ਮੇਲਣਾ ਕਰੋ ਆਪ ਦਿਆਲਤਾ ਕਰੋ। ਅਸੀਂ ਅਨੇਕਾਂ ਦਰਾਂ ਤੇ ਭਰਮ ਦੇ ਥੱਕ ਚੁੱਕੇ ਹਾਂ ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਚਰਨਾਂ ਪਾਸ ਜਦੋਂ ਇਹ ਬੇਨਤੀਆਂ ਕੀਤੀਆਂ ਮਹਾਰਾਜ ਜੀ ਕਿਰਪਾ ਕਰੋ ਕਰ ਗਏ ਲਿਹੋ ਦਿਆਲ ਸਾਗਰ ਸੰਸਾਰਿਆ। ਕਾਰਨ ਕੀ ਹੈ ਮਹਾਰਾਜ ਇਹ ਸੰਸਾਰ ਸਮੁੰਦਰ ਜੋ ਹੈ ਇਸ ਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ। ਕੋਈ ਵੀ ਹੋਰ ਥਾਂ ਕੋਈ ਆਸਰਾ ਲੱਭਦਾ ਨਹੀਂ ਜਿਸ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ। ਗਰੀਬ ਨਵਾਜ ਜੀ ਆਪ ਕਿਰਪਾ ਕਰੋ ਆਪਣੇ ਪਾਵਨ ਕਰ ਦੁਆਰਾ ਆਪਣੇ ਪਾਵਨ ਕਰ ਕਮਲਾ ਦੁਆਰਾ ਸਾਡੀ ਬਾਹ ਨੂੰ ਪਕੜ ਕਰਕੇ ਆਪ ਗੁਰਦੇਵ ਖਿੱਚ ਕਰਕੇ ਕੱਢੋ ਤੇ ਤਾਂ ਨਿਕਲ ਸਕਦੇ ਹਾਂ ਵਰਨਾ ਕੋਈ ਸਾਡਾ ਚਾਂਸ ਨਹੀਂ। ਉਸ ਸਮੇਂ ਜਦੋਂ ਅਜਿਹੀਆਂ ਬੇਨਤੀਆਂ ਗੁਰਸਿੱਖ ਸੰਗਤਾਂ ਨੇ ਕੀਤੀਆਂ ਤਾਂ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਨੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਹ ਪਾਵਨ ਬਚਨ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ। ਗੁਰਦੇਵ ਜੀ ਕਿਰਪਾ ਕਰੋ ਆਪ ਰਹਿਮਤ ਕਰੋ। ਸਿੱਖ ਮੁਖ ਦੁਆਰਾ ਬੇਨਤੀ ਸੀ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਵੋ ਜੀ। ਕਿਰਪਾਲੂ ਜੀ ਬਚਨ ਕਰਦੇ ਹਨ ਕਿ ਗੁਰੂ ਕਾ ਸਿੱਖਾ ਜੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਚਾਹੁੰਦਾ ਹੈ ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਵਿੱਚ ਜਾਣਾ ਕਰ। ਮਹਾਰਾਜ ਉਹਨਾਂ ਦੀ ਸੰਗਤ ਵਿੱਚ ਕੀ ਹੈ ਕਹਿੰਦੇ ਸੰਤ ਉਦਰਨ ਦਇਆਲੰ ਉਹ ਦਿਆਲੂ ਹਨ
ਗਰੀਬ ਜਾਣ ਕਰਕੇ ਦਇਆ ਕਰਨਗੇ, ਤੇਰਾ ਉਧਾਰ ਕਰਵਾ ਦੇਣਗੇ। ਆਸਰੰ ਗੋਪਾਲ ਕੀਰਤਨ ਹੈ। ਮਹਾਰਾਜ ਜਿਹੜੇ ਆਪ ਜੀ ਦੇ ਪਿਆਰੇ ਸੰਤ ਹਨ, ਜਿਨ੍ਹਾਂ ਬਾਬਤ ਆਪ ਜੀ ਬਖਸ਼ਿਸ਼ ਕਰ ਰਹੇ ਹੋ, ਉਹਨਾਂ ਦੇ ਕੋਈ ਗੁਣ ਦੱਸ ਦਵੋ। ਅਸੀਂ ਪਛਾਣਾਂਗੇ ਕਿਵੇਂ ਉਹਨਾਂ ਨੂੰ? ਆਪ ਜੀ ਦਾ ਬਚਨ ਸਤ ਹੈ, ਪਰ ਸਾਨੂੰ ਕੋਈ ਉਹਨਾਂ ਦੀ ਪਛਾਣ ਦੱਸ ਦਵੋ ਕਿ ਉਹਨਾਂ ਦੀ ਕੋਈ ਪਛਾਣ ਹੋਵੇਗੀ। ਤੇ ਮਹਾਰਾਜ ਕਹਿੰਦੇ ਆਸਰੰ ਗੋਪਾਲ ਕੀਰਤਨ ਹੈ। ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਮਹਾਤਮਾ ਸੰਤਾਂ ਦੀ ਪਛਾਣ ਗੁਰੂ ਕਾ ਸਿਖਾਏ ਹੈ। ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ। ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਉਹਨਾਂ ਦਾ ਕੀਰਤਨ ਹੀ ਭੋਜਨ ਹੈ। ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਹੈ, ਇਹ ਉਹਨਾਂ ਦੇ ਗੁਣ ਹਨ, ਜਿਹਨੂੰ ਆਪਾਂ ਪਾਵਨ ਗੁਰਬਾਣੀ 'ਚ ਇਸ ਤਰੀਕੇ ਨਾਲ ਵੀ ਪੜ੍ਹਦੇ ਹਾਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਕਰਕੇ ਵੀ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਚੇਤੇ ਵਿੱਚ ਰੱਖਦੇ ਹਨ। ਮੁੱਖ ਦੁਆਰਾ ਵੀ ਉਹਦੀ ਕੀਰਤੀ ਕੀਰਤਨ ਦੇ ਵਿੱਚ ਲੱਗੇ ਰਹਿੰਦੇ ਹਨ। ਇਹ ਉਹਨਾਂ ਮਹਾਂਪੁਰਖਾਂ ਦਾ ਸੁਭਾਅ ਹੈ। ਉਹਨਾਂ ਨੂੰ ਕੇਵਲ ਕੀਰਤਨ, ਪਰਮੇਸ਼ਰ ਵਾਹਿਗੁਰੂ ਜੋ ਗੋਪਾਲ ਪ੍ਰਿਥਵੀ ਦਾ ਪਾਲਣਹਾਰਾ ਹੈ, ਉਹਦੇ ਕੀਰਤਨ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਜਿਵੇਂ ਸੰਤ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਮਹਾਂਪੁਰਖਾਂ ਦੀ ਬੜੀ ਸੁੰਦਰ ਕਥਾ ਹੁੰਦੀ ਹੈ ਕਿ ਮਹਾਂਪੁਰਖ ਗੁਰਸਿੱਖੀ ਦੇ ਪ੍ਰਚਾਰ ਵਿੱਚ ਵਿਚਰਦੇ ਹੋਏ ਨਗਰੋ ਨਗਰੀ ਜਾ ਕਰਕੇ ਕੀਰਤਨ ਕਰਦੇ। ਹੁਸ਼ਿਆਰਪੁਰ ਦੇ ਇਲਾਕੇ ਵਿੱਚ ਜਿਸ ਸਮੇਂ ਮਹਾਂਪੁਰਖਾਂ ਨੇ ਕੀਰਤਨ ਦੀ ਮੁਹਿੰਮ ਚਲਾਈ ਹੋਈ ਸੀ ਅੰਮ੍ਰਿਤ ਪ੍ਰਚਾਰ ਕਰਦੇ ਹੋਏ, ਇੱਥੇ ਇੱਕ ਉਦਾਸੀ ਮਹਾਤਮਾ ਦਾ ਸਥਾਨ ਸੀ। ਜਦੋਂ ਮਹਾਂਪੁਰਖਾਂ ਨੇ ਸਵੇਰੇ ਸ਼ਾਮ ਉੱਚੀ ਆਵਾਜ਼ ਵਿੱਚ ਉਸ ਸਮੇਂ ਜੋ ਸਾਧਨ ਸਨ ਉਹਨਾਂ ਦੁਆਰਾ ਕੀਰਤਨ ਕਰਨਾ, ਤੇ ਇਹ ਉਦਾਸੀ ਨੇ ਜੋ ਬਰਕਤ ਜ਼ਿੰਦਗੀ ਬਤੀਤ ਕਰਦੇ ਹੋਏ ਸੰਸਾਰ ਤੋਂ ਉਦਾਸ ਮਤ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਸੀ, ਇਹਨਾਂ ਨੇ ਮਨ 'ਚ ਵਿਚਾਰ ਕਰਨੀ ਕਿ ਸਾਡਾ ਵੀ ਸਮਾਂ ਇਹੋ ਹੀ ਬੰਦਗੀ ਦਾ ਹੁੰਦਾ ਹੈ। ਉੱਧਰੋਂ ਇਹ ਉੱਚੀ ਉੱਚੀ ਕੀਰਤਨ ਕਰਨ ਲੱਗ ਪੈਂਦੇ ਨੇ। ਮਨ 'ਚ ਬੜੀ ਇਹਨੇ ਇਸ ਤਰੀਕੇ ਦੇ ਨਾਲ ਈਰਖਾ ਦੀ ਭਾਵਨਾ ਮਹਾਂਪੁਰਖਾਂ ਨਾਲ ਰੱਖਣੀ। ਇੱਕ ਦਿਨ ਵਿਚਰਦੇ ਸ਼ਾਮ ਦੇ ਸਮੇਂ ਮਹਾਂਪੁਰਖ ਇਸ ਉਦਾਸੀ ਮਹਾਤਮਾ ਦੇ ਅਸਥਾਨ ਉੱਤੇ ਆਣ ਕਰਕੇ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਡੇਰਾ ਕੀਤਾ। ਬੇਨਤੀ ਕੀਤੀ, ਮਹਾਤਮਾ ਜੀ ਚਿੱਤ ਕਰਦਾ ਹੈ ਅੱਜ ਦੀ ਰਾਤ ਤੁਹਾਡੇ ਪਾਸ ਰਹਿ ਕਰਕੇ ਜਾਈਏ। ਕੀ ਸੁਭਾਅ ਹੈ ਦਿਆਲੂ ਮਹਾਂਪੁਰਖਾਂ ਦਾ। ਜਿਹੜਾ ਈਰਖਾਲੂ ਹੈ, ਈਰਖਾ ਕਰਨ ਵਾਲਾ ਹੈ, ਉਹਦੇ ਪਾਸ ਹੀ ਜਾ ਕਰਕੇ ਅਸਥਾਨ ਕੀਤਾ। ਤੇ ਜਿਸ ਸਮੇਂ ਮਹਾਂਪੁਰਖ ਪਹੁੰਚੇ, ਇਹ ਉਦਾਸੀ ਕਹਿਣ ਲੱਗਾ ਜੀ ਆਸਣ ਕਰ ਲਵੋ, ਪਰ ਤੁਸੀਂ ਬੜੇ ਤੜਕੇ ਨਾ ਬਹਿ ਜਾਂਦੇ ਜੇ ਢੋਲਕੀਆਂ ਛਾਣੇ ਫੜ ਕਰਕੇ। ਮੈਨੂੰ ਉਸ ਸਮੇਂ ਤੰਗ ਨਾ ਕਰਿਆ ਜੇ, ਬਹੁਤੀ ਉੱਚੀ ਆਵਾਜ਼ ਨਾ ਰੱਖਿਆ ਜੇ ਹੋ ਸਕੇ ਤੇ ਅੱਜ ਦੀ ਦਿਹਾੜੀ ਨਾਂਗਾ ਹੀ ਪਾ ਲਿਆ ਜੇ, ਪਰ ਮੈਨੂੰ ਕੋਈ ਤੰਗੀ ਨਾ ਹੋਵੇ ਤੁਹਾਡੇ ਰਹਿਣ ਦੀ। ਮਹਾਂਪੁਰਖਾਂ ਬਚਨ ਕੀਤਾ, ਕਹਿਣ ਲੱਗੇ ਭਾਈ ਅਸੀਂ ਆਏ ਹਾਂ, ਤੰਗ ਨਹੀਂ ਕਰਾਂਗੇ, ਜਦੋਂ ਜਾਵਾਂਗੇ ਤੁਸੀਂ ਖੁਸ਼ੀ ਸਹਿਤ ਹੀ ਸਾਨੂੰ ਭੇਜੋਗੇ। ਸਾਰੇ ਸਿੰਘਾਂ ਨੇ ਵਿਚਾਰ ਕੀਤੀ ਵੀ ਮਹਾਂਪੁਰਖਾਂ ਬਚਨ ਕੀਤਾ ਹੈ, ਇਹਦਾ ਭਾਵ ਵੀ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਮਹਾਂਪੁਰਖ ਨਹੀਂ ਕਰਨਗੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਸ੍ਰੀ ਆਸਾ ਜੀ ਦੀ ਵਾਰ ਦਾ ਸਮਾਂ ਹੋਇਆ, ਸਾਰੇ ਸਿੰਘਾਂ ਨੂੰ ਤਿਆਰ ਕਰਕੇ ਨਾਲ ਬਿਠਾ ਲਿਆ। ਕੁਝ ਸਿੰਘ ਬੇਨਤੀ ਕਰਨ ਲੱਗੇ, ਮਹਾਂਪੁਰਖੋ ਆਪ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਤੁਹਾਨੂੰ ਤੰਗ ਨਹੀਂ ਕਰਦੇ। ਹੱਸ ਕੇ ਮਹਾਂਪੁਰਖ ਕਹਿਣ ਲੱਗੇ, ਗੁਰੂ ਕੀ ਬਾਣੀ ਕਿਸੇ ਨੂੰ ਤੰਗ ਕਰ ਹੀ ਨਹੀਂ ਸਕਦੀ। ਗੁਰਸਿੱਖਾ, ਗੁਰੂ ਕੀ ਬਾਣੀ ਨਾਲ ਜਿਹੜਾ ਜੁੜ ਜਾਵੇਗਾ ਉਹਦਾ ਭਲਾ ਹੋਵੇਗਾ। ਚਲੋ ਗੁਰਸਿੱਖੋ, ਸਮਾਂ ਹੋਇਆ ਹੈ, ਭੁੱਖ ਲੱਗੀ ਹੋਈ ਹੈ ਕੀਰਤਨ ਦੀ, ਆਓ ਆਪ ਵੀ ਛਕੀਏ ਇਸ ਮਹਾਤਮਾ ਨੂੰ ਵੀ ਪਾਵਨ ਗੁਰਬਾਣੀ ਦਾ ਕੀਰਤਨ ਜੋ ਕੰਨਾਂ ਰੂਪੀ ਡੂਨਿਆਂ ਵਿੱਚ ਪਾ ਕਰਕੇ ਇਹ ਵੀ ਛਕੇਗਾ, ਇਹਦਾ ਵੀ ਭਲਾ ਹੋਵੇਗਾ। ਮਹਾਂਪੁਰਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਜਿਹੜਾ ਮਹਾਤਮਾ ਕਹਿੰਦਾ ਸੀ ਮੈਨੂੰ ਤੰਗ ਨਾ ਕਰਿਆ ਜੇ, ਆਪ ਆਣ ਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ।
ਸਮਾਪਤੀ ਕਰਨ ਲੱਗੇ ਮਹਾਂਪੁਰਖ ਤੇ ਗੋਡਾ ਗੜ ਕੇ ਕਹਿਣ ਲੱਗਾ, ਮਹਾਂਪੁਰਖੋ ਇਹ ਜਿਹੜੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਇਸ ਨੂੰ ਰੋਕੋ ਨਾ, ਆਪ ਕਿਰਪਾ ਕਰੋ, ਹੋਰ ਲੰਮਾ ਸਮਾਂ ਇਹ ਜਿਹੜੀ ਵਰਖਾ ਇਹ ਕਰਦੇ ਰਹੋ। ਮੇਰਾ ਤਪਿਆ ਹੋਇਆ ਮਨ ਜਿਹੜਾ ਹੈ ਇਸ ਕੀਰਤਨ ਦੀ ਵਰਖਾ ਨੇ ਠਾਰ ਦਿੱਤਾ ਹੈ। ਐਸੇ ਹਨ ਉਹ ਮਹਾਤਮਾ, ਇਹ ਹਨ ਉਹਨਾਂ ਦੇ ਲੱਛਣ। ਸਤਿਗੁਰੂ ਸਾਹਿਬ ਜੀ ਕਹਿੰਦੇ ਆਸਰੰਗ ਗੋਪਾਲ ਕੀਰਤਨ ਹੈ। ਉਹਨਾਂ ਨੂੰ ਗੁਰੂ ਕਾ ਸਿੱਖਾ ਕੇਵਲ ਆਸਰਾ ਹੀ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦਾ, ਦੂਸਰਾ ਆਸਰਾ ਹੈ ਹੀ ਕੋਈ ਨਹੀਂ। ਤੇ ਮਹਾਰਾਜ ਸਾਡੇ ਨਾਲ ਕੀ ਕਰਨਗੇ? ਕਹਿੰਦੇ ਸੰਤ ਉਦਰਨ ਦਇਆਲੰ ਆਸਰੰਗ ਗੋਪਾਲ ਕੀਰਤਨ ਹੈ। ਗੁਰੂ ਕਾ ਸਿੱਖਾ ਜਿਹੜੇ ਸੰਤਾਂ ਦੀ ਸੰਗਤ ਵਿੱਚ ਗਏ ਉਹਨਾਂ ਨੂੰ ਵੀ ਤਾਰ ਦਿੰਦੇ ਨੇ ਗੋਪਾਲ ਦੇ ਕੀਰਤਨ ਦਾ ਆਸਰਾ ਦੇ ਕਰਕੇ। ਉਹ ਕਹਿੰਦੇ ਗੁਰੂ ਕਾ ਸਿੱਖਾ ਸਾਨੂੰ ਇਸ ਕੀਰਤਨ ਨੇ ਤਾਰਿਆ, ਇਹ ਤੇਰਾ ਵੀ ਭਾਗ ਕਰ ਦੇਵੇਗਾ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲਿਆ ਹੈ ਉਹ ਮਹਾਤਮਾ ਮਹਾਂਪੁਰਖਾਂ ਨੂੰ ਉਸ ਗੋਪਾਲ ਵਾਹਿਗੁਰੂ ਨੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਹੈ ਜੀ। ਨਿਰਮਲੰ ਸੰਤ ਸੰਗੇਨ, ਮਹਾਰਾਜ ਕਹਿੰਦੇ ਭਾਈ ਜਿਹੜੇ ਸੰਤਾਂ ਦੀ ਸੰਗਤ ਵਿੱਚ ਗਏ ਹਨ ਉਹ ਨਿਰਮਲ ਹੋ ਗਏ ਹਨ। ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਲੱਗੀ ਹੋਈ ਮਲ ਸੀ, ਮੈਲ ਸੀ, ਨਾਸ ਹੋ ਗਈ ਹੈ, ਉਜਲੇ ਹੋ ਗਏ ਹਨ। ਓਟ ਨਾਨਕ ਪਰਮੇਸ਼ਰ ਹੈ। ਮਹਾਰਾਜ ਉਹਨਾਂ ਕੀ ਕੀਤਾ? ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੇ ਨਾਮ ਦੀ ਉਹਨਾਂ ਨੇ ਓਟ ਦਵਾ ਦਿੱਤੀ ਹੈ। ਅਥਵਾ ਗੁਰਸਿੱਖੋ ਜਿਵੇਂ ਆਪਾਂ ਪਾਵਨ ਗੁਰਬਾਣੀ 'ਚ ਗੁਰੂ ਕੇ ਬਚਨ ਵਾਰ-ਵਾਰ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਜਿਹੜਾ ਵਸਤਰ ਹੈ ਉਹਨੂੰ ਮਾਈਆਂ ਬੜੇ ਸੁਚੱਜੇ ਢੰਗ ਨਾਲ ਸਾਬਣ ਲਾ ਕਰਕੇ ਪਾਣੀ ਦੁਆਰਾ ਧੋ ਕਰਕੇ ਵਾਰ-ਵਾਰ ਉਸ ਨੂੰ ਪਟਕੇ ਤੇ ਮਾਰਦੀਆਂ ਹਨ ਤੇ ਉਹਦੇ ਚੋਂ ਮੈਲ ਨਿਕਲ ਜਾਂਦੀ ਹੈ। ਇਵੇਂ ਹੀ ਜਿਹੜੇ ਸੰਤ ਹਨ, ਮਹਾਤਮਾ ਹਨ, ਉਹ ਜਿਹੜਾ ਇਹ ਮਨ ਰੂਪੀ ਕੱਪੜਾ ਹੈ ਨਾ, ਇਹਨੂੰ ਭਾਈ ਪ੍ਰੇਮ ਰੂਪੀ ਜਲ ਲੈ ਕਰਕੇ, ਸਤਿਗੁਰੂ ਸਾਹਿਬ ਜੀ ਦਾ ਨਾਮ ਰੂਪੀ ਸਾਬਣ ਲੈ ਕਰਕੇ ਭਗਤੀ ਰੂਪੀ ਪਟਣੇ ਦੇ ਉੱਤੇ ਵਾਰ-ਵਾਰ ਮਾਰਦੇ ਹਨ। ਇਹ ਮਨ ਰੂਪੀ ਕੱਪੜੇ ਚੋਂ ਮੈਲ ਨਿਕਲ ਕਰਕੇ ਤੇ ਉਜਲਾ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਕਦੋਂ? ਜਦੋਂ ਭਾਈ ਓਟ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਲੈ ਲਈ ਹੈ ਜੀ। ਚੰਦਨ ਚੰਦਨ ਸਰਦ ਰੁੱਤ। ਮਹਾਰਾਜ ਜੀ ਆਪ ਕਿਰਪਾ ਕਰੋ, ਹੁਣ ਇਸ ਨਾਮ ਦੇ ਗੁਣ ਵੀ ਦੱਸ ਦਵੋ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ ਇਹ ਨਾਮ ਹੈ ਆਪ ਜੀ ਦਾ, ਜਿਹਦੇ ਬਾਬਤ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਹ ਨਾਮ ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਵੱਡਾ ਹੈ ਜੀ। ਤੇ ਬਖਸ਼ਿਸ਼ ਕਰਦੇ ਹਨ ਚੰਦਨ ਚੰਦ ਨਾ ਸਰਦ ਰੁੱਤ। ਗੁਰੂ ਕਾ ਸਿੱਖਾ ਵੇਖ ਦੁਨੀਆ ਦੇ ਲੋਕਾਂ ਨੇ ਚੰਦਨ ਨੂੰ ਮਹਾਨ ਸਮਝਿਆ ਹੈ ਕਿ ਚੰਦਨ ਜਿਸ ਸਮੇਂ ਬਸੰਤ ਰੁੱਤ ਆਉਂਦੀ ਹੈ ਉਸ ਸਮੇਂ ਉਹਦੇ ਲਾਗੇ ਜਿੰਨੇ ਹੋਰ ਰੁੱਖ ਹੁੰਦੇ ਹਨ ਉਹਨਾਂ ਨੂੰ ਵੀ ਚੰਦਨ ਸਰੂਪ ਹੀ ਬਣਾ ਦਿੰਦਾ ਹੈ, ਉਹਨਾਂ ਵਿੱਚ ਵੀ ਚੰਦਨ ਭਰ ਦਿੰਦਾ ਹੈ। ਜਿਹੜੇ ਸੱਪ ਹਨ ਬਹੁਤ ਹੀ ਜ਼ਹਿਰ ਦੇ ਮਾਰੇ ਹੋਏ, ਜਿਨ੍ਹਾਂ ਦੇ ਸਰੀਰ ਸੜ ਰਹੇ ਹੁੰਦੇ ਹਨ, ਜਿਸ ਸਮੇਂ ਚੰਦਨ ਨੂੰ ਜਾ ਕਰਕੇ ਲਪੇਟੇ ਮਾਰਦੇ ਹਨ ਉਹਨਾਂ ਦੇ ਜਿਹੜਾ ਸਰੀਰ ਹੈ ਸ਼ਾਂਤ ਹੋ ਜਾਂਦਾ ਹੈ, ਸਰੀਰ ਨੂੰ ਸਾੜਾ ਨਹੀਂ ਪੈਂਦਾ। ਫਿਰ ਇਸੇ ਤਰੀਕੇ ਦੇ ਨਾਲ ਚੰਦਨ ਤੇ ਚੰਦ ਚੰਦਰਮਾ ਨੂੰ ਵੀ ਲੋਕਾਂ ਨੇ ਠੰਡਾ ਮੰਨਿਆ ਹੈ ਜੀ। ਸਰਦ ਰੁੱਤ ਵੀ ਠੰਡੀ ਹੈ। ਮੋਲ ਨ ਮਿਟਾਈ ਕਾਮ। ਮਹਾਰਾਜ ਕਹਿੰਦੇ ਇਹ ਸਾਰੇ ਭਾਵੇਂ ਠੰਡੇ ਹਨ ਪਰ ਇਹਨਾਂ ਦੁਆਰਾ ਭਾਈ ਜਿਹੜੀ ਇਸ ਤਰੀਕੇ ਨਾਲ ਤਪਸ਼ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਬਹੁਤੀ ਸਾੜ ਰਹੀ ਹੈ, ਉਹ ਬੁੱਝ ਨਹੀਂ ਸਕਦੀ। ਜਾਂ ਇਵੇਂ ਕਹਿ ਲਈਏ ਕਿ ਚੰਦਨ ਜਿਹੜਾ ਹੈ ਜਿੰਨਾ ਚਿਰ ਸੱਪ ਨੇ ਵਲੇਵਾ ਮਾਰਿਆ ਉਹਨਾਂ ਚਿਰ ਤੇ ਸਰੀਰ ਠੰਡਾ, ਜਦੋਂ ਪਾਸੇ ਹੋਇਆ ਉਹਨਾਂ ਦੇ ਵਿੱਚੋਂ ਜ਼ਹਿਰ ਨਹੀਂ ਮੇਟੀ, ਉਹ ਸੜਨ ਲੱਗ ਪਏ। ਚੰਦਨ ਨੇ ਸਰੀਰ ਨੂੰ ਠੰਡਾ ਤੇ ਕੀਤਾ ਪਰ ਜ਼ਹਿਰ ਨਹੀਂ ਮੇਟ ਸਕਿਆ। ਫਿਰ ਇਸੇ ਤਰੀਕੇ ਦੇ ਨਾਲ ਚੰਦਰਮਾ ਭਾਵੇਂ ਪੂਰਨਮਾਸ਼ੀ ਦਾ ਵੀ ਹੋਵੇ ਪਰ ਜਿਹੜੇ ਵਜੋਗੀ ਹਨ ਉਹਨਾਂ ਦੇ ਚਿੱਤ ਪੂਰੇ ਚੰਦਰਮਾ ਨੂੰ ਵੇਖ ਕਰਕੇ ਵੀ ਤਪਦੇ ਰਹਿੰਦੇ ਹਨ, ਸੜਦੇ ਰਹਿੰਦੇ ਹਨ।
ਜਿਨ੍ਹਾਂ ਨੂੰ ਭਾਈ ਧੁੱਪ ਦਾ ਸੜਾਕਾ ਲੱਗਾ ਹੋਵੇ, ਉਹਨਾਂ ਦਾ ਸਰੀਰ ਸਿਆਲ ਦੇ ਵਿੱਚ ਵੀ, ਸਰਦ ਰੁੱਤ ਦੇ ਵਿੱਚ ਵੀ ਸੜਦਾ ਰਹਿੰਦਾ ਹੈ, ਉਹਨਾਂ ਦੀ ਤਪਸ਼ ਦੂਰ ਨਹੀਂ ਹੁੰਦੀ ਜੀ। ਇਸ ਕਰਕੇ ਮਹਾਰਾਜ ਕਹਿੰਦੇ ਭਾਵੇਂ ਸਾਰੇ ਠੰਡੇ ਹਨ, ਪਰ ਵਿਜੋਗੀਆਂ ਨੂੰ ਚੰਦਰਮਾ ਠੰਡ ਨਾ ਪਹੁੰਚਾ ਸਕਿਆ, ਸੱਪਾਂ ਦੀ ਚੰਦਨ ਜ਼ਹਿਰ ਨਹੀਂ ਮੇਟ ਸਕਦਾ। ਇਸੇ ਤਰੀਕੇ ਦੇ ਨਾਲ ਜਿਹੜੇ ਹਨ ਭਾਈ ਧੁੱਪ ਦੇ ਸੜਾਕੇ ਦੇ ਸੜੇ ਹੋਏ, ਸਰਦ ਰੁੱਤ ਉਹਨਾਂ ਨੂੰ ਠੰਡ ਨਾ ਪਹੁੰਚਾ ਸਕੇ ਜੀ। ਸੀਤਲ ਥੀਵੈ ਨਾਨਕਾ। ਮਹਾਰਾਜ ਕਹਿੰਦੇ ਐਵੇਂ ਦੇ ਸੁਭਾਅ ਵਾਲੇ ਜਿਹੜੇ ਹੋਣ, ਉਹ ਸਾਰੇ ਹੀ ਸੀਤਲ ਠੰਡੇ ਹੋ ਜਾਣਗੇ। ਜੇ ਵਿਜੋਗੀ ਵੀ ਨਾਮ ਜਪਣ ਲੱਗ ਪੈਣ, ਉਹਨਾਂ ਦਾ ਭਾਈ ਵਿਜੋਗ ਦੂਰ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ, ਨਾਮ ਅਭਿਆਸੀ ਹੋਣ ਦੇ ਨਾਲ ਵਿਜੋਗੀਆਂ ਦੇ ਵਿਜੋਗ ਦੂਰ ਹੋ ਗਏ। ਜਿਨ੍ਹਾਂ ਦੇ ਮਨ ਜ਼ਹਿਰੀਲੇ ਹੋ ਕਰਕੇ ਸੜਦੇ ਪਏ ਸਨ ਸੱਪਾਂ ਦੇ ਵਾਂਗ। ਚੰਦਨ ਵਿੱਚ ਇੱਕ ਕਮੀ ਹੈ ਕਿ ਜ਼ਹਿਰ ਮੇਟ ਨਹੀਂ ਸਕਦਾ, ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਕੀ ਪਿਆਰੀ ਸਾਧ ਸੰਗਤ, ਜਿਹੜੇ ਭਾਈ ਇਸ ਚੰਦਨ ਬ੍ਰਿਸ਼ ਉੱਤਮ ਚੰਦਨ ਨਾਲ ਲੱਗ ਗਏ, ਉਹਨਾਂ ਦਾ ਕੇਵਲ ਸਰੀਰ ਤਪਦਾ ਹੋਇਆ ਠੰਡਾ ਨਹੀਂ ਹੋਇਆ, ਅੰਦਰੋਂ ਜ਼ਹਿਰ ਵੀ ਖਤਮ ਹੋ ਗਏ। ਅੰਦਰ ਜ਼ਹਿਰ ਦੀ ਰੱਤੀ ਭਰ ਵੀ ਉਹਨਾਂ ਦੇ ਅੰਦਰ ਜ਼ਹਿਰ ਸਤਿਗੁਰੂ ਸਾਹਿਬ ਜੀ ਰਹਿਣ ਹੀ ਨਹੀਂ ਦਿੰਦੇ, ਬਖਸ਼ਿਸ਼ ਕਰ ਦਿੰਦੇ ਹਨ। ਸੋ ਉਹ ਤੇ ਐਲਾਨੀਆਂ ਕਹਿ ਦਿੰਦੇ ਨੇ ਫਿਰ ਸੰਸਾਰ ਦੇ ਲੋਕਾਂ ਨੂੰ ਕਿ ਗੁਰੂ ਕੇ ਸਿੱਖੋ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਭਾਈ ਜਿਹੜੇ ਦੇਵਤੇ ਅੰਮ੍ਰਿਤ ਲੱਭਦੇ ਫਿਰਦੇ ਸਨ, ਉਹ ਨਾਮ ਰੂਪੀ ਬਾਣੀ ਰੂਪੀ ਅੰਮ੍ਰਿਤ ਅਸੀਂ ਸਤਿਗੁਰੂ ਸਾਹਿਬ ਜੀ ਪਾਸੋਂ ਪ੍ਰਾਪਤ ਕਰ ਲਿਆ। ਕਿਹੜਾ ਅੰਮ੍ਰਿਤ ਜੀ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਸਤਾਰੇ। ਉਹ ਅੰਮ੍ਰਿਤ ਕਿਹੜਾ ਜੀ? ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆਤੀਆ। ਉਹਨਾਂ ਦੇ ਪੁੱਛੀਏ ਮਹਾਰਾਜ ਇਹ ਅੰਮ੍ਰਿਤ ਪੀਣ ਦੇ ਨਾਲ ਕੀ ਹੋਇਆ? ਕਹਿੰਦੇ ਸਾਰੀ ਹੀ ਜਿਹੜੀ ਭਾਈ ਜ਼ਹਿਰ ਭਰੀ ਹੋਈ ਸੀ ਅੰਦਰ ਵਕਾਰਾਂ ਰੂਪੀ, ਸਾਰੀ ਦੀ ਸਾਰੀ ਇਸ ਅੰਮ੍ਰਿਤ ਨੇ ਨਾਸ ਕਰ ਦਿੱਤੀ ਹੈ। ਕਿਵੇਂ ਨਾਸ ਕੀਤੀ ਜੀ? ਵਕਾਰ ਤੇ ਬੜੇ ਵੱਡੇ ਸੂਰਮੇ ਸਨ, ਉਹਨਾਂ ਤੇ ਜਿੱਤ ਕਿਵੇਂ ਹੋਈ ਜੀ? ਉਹ ਕਹਿੰਦੇ ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਅੱਛਾ ਜੀ, ਕੁਝ ਨਹੀਂ ਹੋਇਆ। ਕਹਿੰਦੇ ਸਭ ਇਕੱਠੇ ਹੋਏ ਆਇਆ, ਇੱਕ ਜਾਸਨ ਵਾਟ ਵਟਾਇਆ, ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਉਹ ਗੁਰਸਿੱਖਾ ਸਾਰੇ ਇਕੱਠੇ ਹੋ ਕੇ ਆ ਗਏ ਸੀ ਢਾਉਣ ਵਾਸਤੇ, ਪਰ ਧੰਨ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਜਦੋਂ ਗੁਰੂ ਜੀ ਨੇ ਆਪਣੀ ਕੰਡ ਉੱਤੇ ਹੱਥ ਰੱਖ ਦਿੱਤਾ, ਫਿਰ ਸਾਰਿਆਂ ਨੂੰ ਹੀ ਅਸੀਂ ਬੰਨ ਲੈਣਾ ਕੀਤਾ, ਨਾਸ ਕਰ ਦਿੱਤਾ। ਐਸੇ ਭਾਈ ਜਿਹੜੇ ਕਹਿੰਦੇ ਸੀਤਲ ਥੀਵੈ ਨਾਨਕਾ, ਉਹ ਸੀਤਲ ਠੰਡੇ ਹੋ ਜਾਂਦੇ ਹਨ। ਕਿਵੇਂ ਜੀ? ਜਪੰਦੜੋ ਹਰ ਨਾਮ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਹੈ। ਨਾਮ ਜਪਣ ਤੋਂ ਬਿਨਾਂ ਤਪਸ਼ ਦੇ ਮਾਰੇ ਹੋਏ ਸਨ ਜੀਵ। ਜਦੋਂ ਨਾਮ ਜਪ ਲਿਆ, ਜਿਹੜੇ ਭਾਈ ਸਰਦ ਰੁੱਤ ਕਰਕੇ ਠੰਡੇ ਨਾ ਹੋਏ, ਚੰਦਨ ਲਗਾ ਕਰਕੇ, ਕਈ ਮੱਥੇ ਤੇ ਚੰਦਨ ਲਾ ਕਰਕੇ ਫਿਰਦੇ ਨੇ, ਤੇ ਮਾੜਾ ਜਿਹਾ ਕੋਈ ਕੁਝ ਕਹਿ ਦਵੇ ਤੇ ਫੱਟ ਦੇਣੇ, ਚੌਵੇਂ ਪੈਰ ਚੁੱਕ ਕੇ ਪੈ ਜਾਂਦੇ ਨੇ। ਖਲੋ ਜਾ, ਤੈਨੂੰ ਦੱਸਦੇ ਆ, ਤੂੰ ਜਾਵੇਂਗਾ ਕਿੱਧਰ ਨੂੰ। ਉਹ ਤਰ੍ਹਾਂ ਮੱਥੇ ਤੇ ਚੰਦਨ ਦਾ ਟਿੱਕਾ ਲਾਇਆ ਹੋਵੇ, ਪਿੱਛੇ ਭਲਿਆ ਮਾਨਸਾ ਇਹ ਕਿਉਂ ਲਾਇਆ ਸੀ? ਕਹਿੰਦਾ ਜੀ ਮੈਂ ਠੰਡਾ ਰਹਿਣ ਦਾ ਯਤਨ ਕਰਦਾ, ਠੰਡਾ ਰਹਿਣ ਦਾ। ਚੰਦਨ ਲਾਉਣ ਨਾਲ ਵੀ ਠੰਡੇ ਨਹੀਂ ਸਨ, ਪੂਰਨਮਾਸ਼ੀ ਦੀ ਰਾਤ ਤੇ ਜਗਰਾਤੇ ਕਰਕੇ ਵੀ ਠੰਡੇ ਨਾ ਹੋਏ। ਪਰ ਜਿਸ ਸਮੇਂ ਨਾਮ ਅਭਿਆਸੀ ਹੋ ਗਏ, ਭਾਈ ਗੁਰਦੇਵ ਜੀ ਨੇ ਕਿਰਪਾ ਕਰ ਦਿੱਤੀ, ਫਿਰ ਉਹ ਬਹੁਤਾ ਸੁਣਦੇ ਤੇ ਕਹਿੰਦੇ ਕਿਸੇ ਨੂੰ ਨਹੀਂ ਹਨ। ਉਹ ਤੇ ਫਿਰ ਕਹਿੰਦੇ ਨੇ ਸੰਤ ਮਿਲੈ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਸੰਤਾਂ ਦੇ ਨਾਲ ਹੀ ਭਾਈ ਪਰਮੇਸ਼ਰ ਵਾਹਿਗੁਰੂ ਦੀ ਸੰਗਤ ਨਾਲ ਹੀ ਬਚਨ ਕਰਦੇ, ਅਸੰਤ ਭੈੜੇ ਬੋਲਣ ਵਾਲਿਆਂ ਨਾਲ ਬਚਨ ਕੀ ਕਰਨੇ ਹੋਏ। ਇਸ ਕਰਕੇ ਚੁੱਪ ਕਰਕੇ ਬੈਠੇ ਰਹਿੰਦੇ ਹਨ। ਪੌੜੀ ਚਰਨ ਕਮਲ ਕੀ ਓਟ। ਬੇਨਤੀ ਕੀਤੀ ਸੀ ਮਹਾਰਾਜ ਉਧਾਰ ਲਵੋ। ਹੁਣ ਦੱਸਦੇ ਹਨ ਗੁਰੂ ਕੈ ਸਿੱਖਾ, ਜਿਹੜੇ ਸੰਗਤ ਵਿੱਚ ਆ ਗਏ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ। ਉਸ ਚਰਨ ਕਮਲਾਂ ਦੀ ਓਟ ਲੈ ਕਰਕੇ ਸਗਲ ਜਾਨ, ਜਿਹੜੇ ਜਿਹੜੇ ਭਾਈ ਸ਼ਰਨ ਵਿੱਚ ਆਏ ਨੇ ਉਹ ਸਾਰਿਆਂ ਦਾ ਹੀ ਉਧਾਰ ਹੋ ਗਿਆ, ਸਾਰਿਆਂ ਦਾ। ਸੋ ਭਾਵੇਂ ਹਸਨ ਖਾਂ ਦੂਤ ਵਰਗੇ ਆ ਗਏ, ਦੂਤੀ ਕਰਨ ਵਾਸਤੇ ਆਏ ਸਨ, ਉਹਨਾਂ ਦਾ ਵੀ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਧਾਰ ਕਰ ਦਿੱਤਾ।
ਜਿਹੜੇ ਗੁਰੂ ਘਰ ਦੀ ਡਿਊਟੀ ਕਰਨ ਵਾਸਤੇ ਆਏ ਸਨ, ਜਿਹੜੇ ਜਿਹੜੇ ਭਾਈ ਸ਼ਨ ਵਿੱਚ ਆ ਗਏ ਨੇ, ਸੰਗਤ ਵਿੱਚ ਆ ਗਏ ਨੇ, ਜਿਨ੍ਹਾਂ ਨੇ ਸੰਗਤ ਗ੍ਰਹਿਣ ਕਰ ਲਈ ਹੈ, ਪ੍ਰੇਮੀ ਕੋੜੀ ਵਰਗੇ, ਕੋੜ ਪਿਆ ਹੋਇਆ ਸੀ ਵਿਕਾਰਾਂ ਦੇ ਮਾਰਿਆਂ ਨੂੰ, ਉਹਨਾਂ ਦਾ ਵੀ ਉਧਾਰ ਮੇਰੇ ਸਤਿਗੁਰੂ ਸਾਹਿਬ ਜੀ ਨੇ ਕੀਤਾ। ਸੋ ਕਿੰਨਾ ਕਿੰਨਾ ਦੀ ਗਿਣਤੀ ਕਰੀਏ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ। ਜਿਹੜੇ ਜਿਹੜੇ ਸਗਲ ਜਨ, ਜਿਹੜੇ ਜਿਹੜੇ ਵੀ ਭਾਈ ਸੰਗਤ ਵਿੱਚ ਆਏ ਸਨ ਉਹ ਉਧਰ ਗਏ ਨੇ, ਜਿਹੜੇ ਆਉਣਗੇ ਉਹਨਾਂ ਦਾ ਉਧਾਰ ਹੋ ਜਾਵੇਗਾ। ਪਹਿਲਾਂ ਵੇਖ ਲਓ, ਕੋਈ ਅਜਿਹਾ ਹੋਵੇਗਾ, ਕੋਈ ਇਹੋ ਜਿਹਾ ਨਹੀਂ ਦਿਸਦਾ ਹੋਵੇਗਾ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਕੜੇ ਤੇ ਉਹਦਾ ਉਧਾਰ ਨਾ ਹੋਇਆ ਹੋਵੇ। ਜਿਨੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ ਆਣ ਕੇ ਬੇਨਤੀ ਕਰ ਦਿੱਤੀ ਹੋਵੇ, ਮਹਾਰਾਜ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਨੇ ਇਹ ਬੇਨਤੀ ਕੀਤੀ, ਭਲਾ ਉਹਦਾ ਉਧਾਰ ਕਿਵੇਂ ਨਾ ਹੋਵੇਗਾ। ਮਹਾਰਾਜ ਜੀ ਨੇ ਸਾਰੇ ਹੀ ਉਧਾਰ ਦਿੱਤੇ ਹਨ। ਗੁਰੂ ਕੈ ਸਿੱਖਾ ਤੂੰ ਵੀ ਸਾਰੀਆਂ ਚਿੰਤਾ ਛੱਡ ਕੇ ਐਸੇ ਸਤਿਗੁਰੂ ਸਾਹਿਬ ਜੀ ਦੇ ਚਰਨ ਪਕੜ, ਜਿਨ੍ਹਾਂ ਨੇ ਵੱਡੇ ਵੱਡੇ ਹੰਕਾਰੀ ਬਲੀ ਕੰਧਾਰੀ ਵਰਗਿਆਂ ਦਾ ਉਧਾਰ ਕਰ ਦਿੱਤਾ, ਤੇਰਾ ਉਧਾਰ ਭਲਾ ਕਿਉਂ ਨਾ ਕਰਨਗੇ। ਜਿਨ੍ਹਾਂ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਕੌਡੇ ਰਾਖਸ਼ ਵਰਗੇ ਉਧਾਰ ਦਿੱਤੇ, ਭੈੜੇ ਜੀਵਨ ਵਾਲੀਆਂ ਬੀਬੀਆਂ ਜਿਹੜੀਆਂ ਸਨ, ਜਾਦੂ ਟੂਣੇ ਟਮਾਣੇ ਕਰਨ ਵਾਲੀਆਂ, ਉਹਨਾਂ ਨੂੰ ਵੀ ਬੰਗਾਲ ਦੇਸ਼ ਵਿੱਚ ਜਾ ਕਰਕੇ ਉਹਨਾਂ ਦਾ ਵੀ ਉਧਾਰ ਕੀਤਾ ਹੈ, ਤੇਰਾ ਭਲਾ ਉਧਾਰ ਕਿਉਂ ਨਹੀਂ ਕਰਨਗੇ। ਜੇ ਰਾਜੇ ਸ਼ਿਵਨਾਭ ਦੇ ਪਾਸ ਗਏ ਹਨ, ਵੇਸਵਾ ਬਿਰਤੀ ਨੂੰ ਧਾਰਨ ਕਰਨ ਵਾਲੀਆਂ ਬੀਬੀਆਂ ਨੂੰ ਵੀ ਕਹਿ ਕਰਕੇ ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ, ਧੀਓ ਪਰਮੇਸ਼ਰ ਦੀ ਬੰਦਗੀ ਕਰੋ ਤੁਹਾਡਾ ਭਲਾ ਹੋਵੇਗਾ। ਬ੍ਰਹਮ ਗਿਆਨ ਦੀ ਦਾਤ ਦੇ ਕਰਕੇ ਨਵਾਜਿਆ ਹੈ। ਐਸੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਭਲਾ ਕਾਦੇ ਲਈ ਨਹੀਂ ਤੂੰ ਆਉਂਦਾ। ਜੇ ਆ ਜਾਵੇਂਗਾ ਵੇਖ, ਇਹ ਸਾਰੇ ਹੀ ਉਧਰ ਚੁੱਕੇ ਹਨ, ਤੇਰਾ ਵੀ ਉਧਾਰ ਹੋ ਜਾਵੇਗਾ। ਸੋਨ ਪ੍ਰਤਾਪ ਗੋਵਿੰਦ। ਮਹਾਰਾਜ ਜੀ ਮੇਰਾ ਮਨ ਬੜਾ ਡਰਦਾ ਹੈ। ਕਹਿੰਦੇ ਭਾਈ ਸਤਿਗੁਰੂ ਸਾਹਿਬ ਜੀ ਦੀ ਇਹ ਪਾਵਨ ਕਥਾ ਸੁਣ। ਨਿਰਭਉ ਭਏ ਮਾਨ। ਆਪ ਕੌਣ ਹਨ? ਨਿਰਭਉ ਨਿਰਵੈਰ ਅਕਾਲ ਮੂਰਤ ਆਜੋਨੀ ਸੈਭੰ। ਇਹ ਸਤਿਗੁਰੂ ਸਾਹਿਬ ਜੀ ਦੇ ਗੁਣ ਹਨ। ਤੇਰਾ ਵੀ ਮਨ ਨਿਰਭਉ ਹੋ ਜਾਵੇਗਾ, ਭੈ ਤੋਂ ਰਹਿਤ ਹੋ ਜਾਵੇਗਾ, ਫਿਰ ਡਰ ਨਹੀਂ ਰਵੇਗਾ। ਫਿਰ ਤੂੰ ਐਲਾਨੀਆਂ ਕਹਿ ਦੇਵੇਂਗਾ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਵਾਵਣ ਹਾਰਾ। ਇਹ ਦੁਨੀਆ ਦੇ ਲੋਕੋ, ਹੁਣ ਸਾਨੂੰ ਜਿਉਂਦੇ ਕਰਨ ਵਾਲੇ ਧੰਨ ਗੁਰਦੇਵ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਮਿਲ ਗਏ ਹਨ। ਅਸੀਂ ਨਹੀਂ ਮਰ ਸਕਦੇ, ਅਸੀਂ ਆਜੂਨੀ ਹੋ ਗਏ ਹਾਂ, ਅਜਨਮੇ ਹੋ ਗਏ ਹਾਂ, ਕੋਈ ਨਹੀਂ ਮਾਰ ਸਕਦਾ। ਪੁੱਛਿਆ ਗੁਰਸਿੱਖਾ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਣੀ ਹੈ। ਠੀਕ ਹੈ ਭਾਈ, ਖਤਮ ਹੋ ਜਾਵੇਗੀ, ਇਹ ਸਰੀਰ ਨਾਸ ਹੋ ਜਾਵੇਗਾ, ਪਰ ਹੁਣ ਆਤਮਿਕ ਤੌਰ ਤੇ ਕਦੇ ਮਰਨਾ ਨਹੀਂ ਹੋਵੇਗਾ। ਧੰਨ ਕਲਗੀਧਰ ਪਿਤਾ ਜੀ ਨੇ ਜਿਵੇਂ ਪੰਜਾਂ ਦੇ ਸਿਰ ਲੈ ਕਰਕੇ ਮੁੜ ਸਰਜੀਤ ਕਰ ਦਿੱਤਾ ਹੈ, ਆਰੰਭਤਾ ਹੀ ਇੱਥੋਂ ਕੀਤੀ ਹੈ ਨਾ ਪੰਥ ਦੀ। ਜਿਵੇਂ ਪੰਜਾਂ ਦੇ ਸਿਰ ਲੈ ਕੇ ਮੁੜ ਸਰਜੀਤ ਕੀਤਾ ਹੈ, ਜਿਹੜਾ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਅੱਗੇ ਆਣ ਕਰਕੇ ਸੀਸ ਰੱਖੇਗਾ, ਉਹਨੂੰ ਸਰਜੀਤ ਪੁਣਾ ਬਖਸ਼ ਕਰਕੇ ਮੁੜ ਸਰਜੀਤ ਕਰਕੇ ਉੱਤੇ ਰਹਿਮਤ ਕਰ ਦੇਣਗੇ। ਕਦੀ ਵਾਸਤੇ ਮੌਤ, ਆਤਮਕ ਮੌਤ ਉਸ ਨੂੰ ਵਿਆਪੇਗੀ ਨਹੀਂ। ਉਹ ਸਦਾ ਵਾਸਤੇ ਜਮੀਰ ਵਾਲਾ ਹੋ ਕਰਕੇ ਸੰਸਾਰ ਤੋਂ ਜਾਵੇਗਾ। ਇਸ ਕਰਕੇ ਭਾਈ ਜਦੋਂ ਐਸੀ ਕਥਾ ਸੁਣ ਪ੍ਰਤਾਪ ਗੋਬਿੰਦ, ਐਸੀ ਕਥਾ, ਐਸਾ ਪ੍ਰਤਾਪ ਗੁਰੂ ਕੀ ਕਥਾ ਵਿੱਚ ਸੁਣਿਆ, ਮਨ ਜਿਹੜਾ ਡਰਿਆ ਹੋਇਆ ਸੀ ਕਿਤੇ ਜਮਾਂ ਦੀ ਮਾਰ ਨਾ ਪੈ ਜਾਵੇ, ਉਹ ਮਨ ਸੋ ਡਰਿਆ ਹੋਇਆ ਵੀ ਐ ਸੁਚੇਤ ਹੋ ਕਰਕੇ ਨਿਰਭਉ ਹੋ ਕਰਕੇ ਖਲੋ ਗਿਆ ਕਿ ਹੁਣ ਕੀ ਹੋਵੇਗਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਦੇ ਦਰ ਤੋਂ ਕਾਗਜ਼ ਫਾੜ ਕੇ ਰੱਖ ਦਿੱਤੇ, ਧਰਮ ਰਾਜਾ ਕਰੇਗਾ ਕੀ ਭਾਈ। ਨਹੀਂ, ਉਹਨਾਂ ਨੂੰ ਜਮ ਰਾਜੇ ਦੇ ਦੂਤ ਕਦੀ ਵਾਸਤੇ ਫਾਹੀ ਨਹੀਂ ਪਾ ਸਕਦੇ। ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਿਰਭਉ ਹੋ ਗਏ ਨੇ, ਪਰ ਹੋਏ ਕੌਣ? ਜਿਨ੍ਹਾਂ ਨੇ ਐਸੀ ਬੇਅੰਤ ਗੁਣਾ ਵਾਲੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕੀਤੀ ਹੈ। ਜਿਹੜਾ ਭਾਈ ਕਥਾ ਸਰਵਣ ਕਰਨ ਤੋਂ ਵੀ ਗੁਰੇਜ਼ ਕਰਦਾ ਹੋਵੇ, ਕਿਵੇਂ ਮਨ ਨਿਰਭਉ ਹੋ ਜਾਵੇਗਾ? ਭੈ ਡਰ ਲੱਗਿਆ ਹੀ ਰਵੇਗਾ ਨਾ। ਉਹ ਤੇ ਫਿਰ ਇਹੋ ਹੀ ਕਵੇਗਾ ਕਿ ਸ਼ਨੀਵਾਰ ਜਾ ਕੇ ਸ਼ਨੀ ਮੰਦਰ ਤੇਲ ਪਾਵੀਂ ਤੇ ਵੀਰਵਾਰ ਜਾ ਕੇ ਸਮਾਧਾਂ ਤੇ ਧੂਪ ਬੱਤੀ ਕਰ ਲਵੀਂ। ਉਹ ਇੱਕ ਥਾਂ ਦਾ ਹੋ ਕੇ ਹੀ ਨਹੀਂ ਰਹਿ ਸਕਦਾ, ਡਰਿਆ ਹੋਇਆ ਹੈ। ਕਦੀ ਕਿਤੇ ਜਾਂਦਾ ਹੈ, ਕਦੀ ਖੂਹੀ ਜਾਲ ਪਾਉਂਦਾ ਫਿਰਦਾ ਹੈ। ਪਰ ਜਿਹਨਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕਰਕੇ ਮੱਥਾ ਟੇਕ ਦਿੱਤਾ, ਦੁੱਖ ਭੰਜਨੀ ਬੇਰ ਸਾਹਿਬ ਵਿਖੇ ਕੀਤਾ ਇਸ਼ਨਾਨ, ਦੁਨੀਆ ਦੇ ਲੋਕ ਕਹਿੰਦੇ ਉਹ ਸਿੱਖਾਂ ਅੰਦਰ ਵੜ ਕੇ ਰਿਹਾ ਕਰ, ਬਿਮਾਰੀਆਂ ਲੱਗਣਗੀਆਂ। ਉਹ ਨਿਰਭਉ ਹੋ ਕਰਕੇ ਕਹਿੰਦਾ, ਭਾਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਬਾਹਰ ਜਾ ਕੇ ਪੜ ਕੇ ਵੇਖ, ਤੈਨੂੰ ਪਤਾ ਨਹੀਂ ਭਾਊ ਉੱਥੇ ਖਿਆ ਡਿੱਠੇ ਸੱਬੇ ਥਾਵ,
ਨਹੀਂ ਤੁਧ ਜਿਹਿਆ। ਉਹੋ ਜਿਹਾ ਸਥਾਨ ਹੀ ਧਰਤੀ ਤੇ ਕੋਈ ਨਹੀਂ। ਗੁਰਸਿੱਖਾ ਤੈਨੂੰ ਬਿਮਾਰੀ ਨਹੀਂ ਲੱਗਦੀ? ਕਹਿੰਦੇ ਨਹੀਂ ਭਾਈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਉਹ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਾਮ ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ, ਉਹ ਸਾਨੂੰ ਪ੍ਰਾਪਤ ਹੋ ਗਿਆ ਹੈ। ਗੁਰੂ ਕਾ ਸਿੱਖਾ ਬਿਮਾਰੀਆਂ ਲੱਗਣ ਦੁਨੀਆਂ ਦੇ ਲੋਕਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਅਸੀਂ ਰੋਗਾਂ ਤੋਂ ਮੁਕਤ ਹੋ ਚੁੱਕੇ ਹਾਂ। ਰੋਗ ਲੱਗਦਾ ਹੀ ਕੋਈ ਨਹੀਂ ਰੁਕੇ ਸਿੱਖਾਂ ਨੂੰ। ਆਤਮਿਕ ਤੌਰ ਤੇ ਵੀ ਗੁਰੂ ਕੀ ਬਾਣੀ ਰੂਪੀ ਸਰੋਵਰ 'ਚ ਨਹਾ ਕਰਕੇ ਭਾਈ ਮੁਕਤ ਹੋ ਗਏ ਆ। ਕੋਈ ਰੋਗ ਆਣ ਕਰਕੇ ਵਿਆਪਦਾ ਹੀ ਨਹੀਂ ਸੰਸਾਰ ਦੇ ਲੋਕਾਂ ਤੋਂ। ਅਸੀਂ ਭਾਈ ਉੱਚੇ ਤੇ ਵੱਡੇ ਹੋ ਗਏ, ਸ਼੍ਰੋਮਣੀ ਹੋ ਗਏ ਆ। ਕਿਉਂ ਤੂੰ ਸ਼੍ਰੋਮਣੀ ਕਿਵੇਂ? ਕਹਿੰਦੇ ਖਾਲਸਾ ਸ਼੍ਰੋਮਣੀ ਹੈ। ਉਹ ਹੁਣ ਵੀ ਕਈ ਅਜੋਕੇ ਸਮੇਂ ਵਿੱਚ ਵੀ ਇਹ ਯਤਨ ਕਰਦੇ ਨੇ ਜੀ, ਖਾਲਸਾ ਤੇ ਕੇਵਲ ਸੇਵਾ ਵਾਸਤੇ ਤੇ ਰੱਖਿਆ ਵਾਸਤੇ ਬਣਾਇਆ ਹੈ। ਗੁਰੂ ਕੇ ਸਿੱਖੋ, ਖਾਲਸਾ ਦਾਨੀ ਹੈ ਤੇ ਜਿਹੜਾ ਸ਼੍ਰੋਮਣੀ ਤੇ ਰਾਜਾ ਹੋਵੇ ਉਹੋ ਹੀ ਦਾਨੀ ਹੁੰਦਾ ਏ। ਗਰੀਬ ਨੇ ਦਾਨ ਭਲਾ ਕੀ ਕਰ ਲੈਣਾ ਹੈ? ਜਿਹੜਾ ਆਪ ਮੰਗ ਕੇ ਖਾਂਦਾ ਹੋਵੇ, ਕਹਿੰਦੇ ਜੀ ਗੁਰੂ ਕੇ ਪੰਥ ਦੇ ਲੰਗਰ ਹਰ ਥਾਂ ਤੇ ਚੱਲਦੇ ਨੇ ਭਾਈ। ਦਾਤਿਆਂ ਦੇ ਲੰਗਰ ਚੱਲਦੇ ਨੇ, ਦਾਤਿਆਂ ਦੇ ਭਖਾਰੀਆਂ ਦੇ ਲੰਗਰ ਚੱਲਦੇ ਕਦੀ ਵੇਖੇ ਜੇ? ਤੇ ਫਿਰ ਜੀ ਇਹ ਜੀ ਰੱਖਿਆ ਵਾਸਤੇ ਨੇ। ਰੱਖਿਆ ਗਊ ਤੇ ਗਰੀਬ ਦੀ ਕਰਦੇ ਆ, ਗਊ ਤੇ ਗਰੀਬ ਦੀ, ਜਰਵਾਣੇ ਦੀ ਰੱਖਿਆ ਕਰਨ ਵਾਸਤੇ ਨਹੀਂ। ਇਹ ਵੀ ਬਾਦਸ਼ਾਹਾਂ ਦੇ, ਇਹਨਾਂ ਨੂੰ ਸ਼੍ਰੋਮਣੀ ਤਾਂ ਕਹਿੰਦੇ ਨੇ, ਸੁਭਾਅ ਇਹਨਾਂ ਦਾ ਇਹ ਹੈ। ਇਹ ਮੰਗਤੇ ਨਹੀਂ, ਇਹ ਬਾਦਸ਼ਾਹ ਨੇ ਤਖਤਾਂ ਤੇ ਬੈਠਣ ਵਾਲੇ। ਇਹਨਾਂ ਨੂੰ ਪਤਾ ਹੈ ਸਾਡੀ ਹੋਂਦ ਕੀ ਹੈ। ਪਰ ਇਹ ਪਤਾ ਕਦੋਂ ਲੱਗਾ? ਜਦੋਂ ਗੁਰੂ ਸਾਹਿਬ ਜੀ ਦਾ ਪਾਵਨ ਪ੍ਰਤਾਪ ਸਰਵਣ ਕੀਤਾ, ਜਦੋਂ ਗੁਰੂ ਕੀ ਹਜ਼ੂਰੀ ਗ੍ਰਹਿਣ ਕਰ ਲਈ, ਫਿਰ ਨਿਰਭਉ ਹੋ ਗਏ ਨੇ। ਡਰਦੇ ਨਹੀਂ ਕਿਸੇ ਪਾਸੋਂ, ਕੋਈ ਡਰਾ ਨਹੀਂ ਸਕਦਾ। ਕਾਰਨ ਕੀ ਹੈ? ਇਹਨਾਂ ਦਾ ਬਾਪੂ ਜਿਹੜਾ ਨਿਰਭਉ ਕਿਉਂ ਹੋ ਗਏ ਨੇ? ਕਿਹੜੀ ਕਥਾ ਪੜਾ ਇਹਨਾਂ ਨੇ ਸੁਣੀ? ਭੈ ਤੋਂ ਰਹਿਤ ਕਿਉਂ ਨੇ? ਇਹ ਸ਼੍ਰੋਮਣੀ ਖਾਲਸੇ ਨੂੰ ਭੈ ਕੋਈ ਕਿਉਂ ਨਹੀਂ ਦੇ ਸਕਦਾ? ਉਹਦਾ ਕਾਰਨ ਹੈ ਕਿ ਸਾਡਾ ਬਾਪੂ ਸਾਨੂੰ ਇਹ ਨਹੀਂ ਕਹਿੰਦਾ ਵੀ ਤੇਰੀ ਗੱਲ ਤੇ ਕੋਈ ਚਪੇੜ ਮਾਰੇਗਾ ਤੇ ਦੂਸਰੀ ਅੱਗੇ ਕਰ ਦਈ। ਸਾਡੇ ਬਾਪੂ ਨੇ ਇਹ ਕਿਹਾ, ਸ਼ਰੀ ਕੋ ਪੁੱਤੂ ਬਾਮਣ ਕੋ ਨਾਹੇ। ਨਾਲ ਬਚਨ ਕੀਤੇ ਨੇ, ਜਬੈ ਆਣ ਲਾਗਿਓ ਤਬੈ ਰੋਸ ਜਾਗਿਓ। ਇਹ ਬਚਨ ਜਦੋਂ ਪੜ੍ਹੇ ਤੇ ਸੁਣੇ ਗੁਰੂ ਕੇ ਪੰਥ ਨੇ, ਫਿਰ ਨਿਰਭਉ ਹੋ ਗਏ। ਡਰ ਕਿਸੇ ਦਾ ਮੰਨਦਾ ਹੀ ਨਹੀਂ। ਫਿਰ ਤੇ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਭਾਈ ਕਿਸੇ ਨੂੰ ਭੈ ਦਿੰਦੇ, ਡਰਾਉਂਦੇ ਨਹੀਂ। ਪਰ ਕੋਈ ਮਤਾ ਇਹ ਸੋਚੇ ਕਿ ਕਿਸੇ ਦਾ ਭੈ ਮੰਨਦੇ ਵੀ ਹਾਂ। ਕਿਸੇ ਦਾ ਭੈ ਡਰ ਸਾਨੂੰ ਲੱਗਾ ਵੀ ਹੋਇਆ, ਇਹ ਕੋਈ ਨਾ ਮੰਨੇ। ਇਹ ਸਮਝਣ ਦਾ ਕੋਈ ਭੁਲੇਖਾ ਨਾ ਪਾ ਲਵੇ ਕਿ ਇਹ ਡਰੇ ਹੋਏ ਨੇ। ਡਰਾਉਂਦੇ ਨਹੀਂ, ਨਾ ਡਰਦੇ ਹਾਂ। ਕਿਉਂ? ਨਿਰਭਉ ਹੋ ਗਏ ਨੇ ਗੁਰੂ ਕੇ ਪਿਆਰੇ ਜੀ। ਟੋਟ ਨ ਆਵੇ ਮੂਲ। ਸੋ ਮਹਾਰਾਜ, ਸੋ ਸਿੱਖ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਤੁਸੀਂ ਨਿਰਭਉ ਫੁਣੇ ਦਾ ਖਜ਼ਾਨਾ ਬਖਸ਼ ਦਿੱਤਾ ਹੈ, ਜਿਹੜਾ ਇਹ ਨਾਮ ਰੂਪੀ ਖਜ਼ਾਨਾ ਬਖਸ਼ਿਆ, ਇਹਦੇ ਵਿੱਚ ਤੋਟਾ ਆ ਸਕਦਾ, ਇਹਦੀ ਘਾਟਾ ਪੈ ਜਾਵੇਗਾ? ਕਹਿੰਦੇ ਨਹੀਂ ਭਾਈ, ਤੋਟ ਨਾ ਆਵੇ ਮੂਲ। ਇਹਦੇ ਵਿੱਚ ਕਦੀ ਵਾਸਤੇ ਵੀ ਤੋਟਾ ਨਹੀਂ ਆਵੇਗਾ ਜੀ। ਸੰਚਿਆ ਨਾਮ ਧਨ। ਕਿਹੜਾ ਜੀ? ਜਿਨ੍ਹਾਂ ਨੇ ਨਾਮ ਰੂਪੀ ਧਨ ਸੰਚਿਆ, ਇਕੱਤਰ ਕੀਤਾ ਨਾ, ਇਕੱਠਾ ਕੀਤਾ, ਇਹਦੇ ਵਿੱਚ ਤੋਟਾ ਨਹੀਂ ਆ ਸਕਦਾ। ਸਾਰੇ ਹੀ ਧਨ ਜਿਹੜੇ ਨੇ ਉਹ ਭਾਈ ਤੋਟਾ ਹੋ ਸਕਦਾ ਹੈ। ਜ਼ਮੀਨ ਜਾਇਦਾਦ ਘਟ ਸਕਦੀ ਹੈ, ਮਾਇਆ ਪਦਾਰਥ ਘਟ ਸਕਦੇ ਹਨ, ਪਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਹੜਾ ਹੈ ਉਹ ਭਾਈ ਕਦੇ ਵਾਸਤੇ ਉਹਦੇ ਵਿੱਚ ਤੋਟਾ ਨਹੀਂ ਹੈ ਜੀ। ਸੰਤ ਜਨਾਂ ਸਿਓ ਸੰਗ। ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜਨ ਸੰਗਤ ਦੁਆਰਾ ਪਾਈਐ ਵੱਡਾ ਪੁੰਨ। ਇਹ ਮਿਲਦਾ ਕਿੱਥੇ ਹੈ ਜੀ? ਇਹਦੀ ਕੋਈ ਹੱਟੀ ਦੱਸ ਦਵੋ, ਕੋਈ ਦੁਕਾਨ ਹੈ ਜਿੱਥੋਂ ਇਹ ਮਿਲ ਜਾਵੇ ਜਿਹਦੇ ਵਿੱਚ ਤੋਟਾ ਨਹੀਂ ਪੈਂਦਾ? ਕਹਿੰਦੇ ਹਾਂ ਭਾਈ, ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੈ ਨਾ, ਜਿਹੜੀ ਸਾਧ ਸੰਗਤ ਹੈ, ਸਾਧ ਸੰਗਤ ਰੂਪੀ ਹੱਟ ਤੋਂ ਜਾ ਕਰਕੇ ਪ੍ਰਾਪਤ ਹੁੰਦਾ। ਮਹਾਰਾਜ ਸੰਗਤ ਕਿਵੇਂ ਪ੍ਰਾਪਤ ਹੁੰਦੀ ਹੈ? ਕਹਿੰਦੇ ਪਾਈ ਹੈ ਵੱਡਾ ਪੁੰਨ। ਕਹਿੰਦੇ ਭਾਈ ਪੂਰਬਲੇ ਜਨਮਾਂ ਦੇ ਕੀਤੇ ਹੋਏ ਪੁੰਨਾਂ ਦੁਆਰਾ ਇਹ ਸੰਗਤ ਪ੍ਰਾਪਤ ਹੁੰਦੀ ਹੈ। ਐਵੇਂ ਉਹੀ ਕਿਸੇ ਨੂੰ ਪ੍ਰਾਪਤ ਨਹੀਂ ਹੋ ਜਾਂਦੀ, ਐਵੇਂ ਮੁਕਤ ਵਿੱਚ ਨਹੀਂ ਮਿਲ ਜਾਂਦੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਕਿਤੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮ ਕਿਤੇ ਮਹਾਰਾਜ ਜੀ ਨੂੰ ਭਾ ਜਾਣ ਤੇ ਤਾਂ ਇਹ ਗੁਰੂ ਕੀ ਪ੍ਰੇਮ ਵਾਲੀ ਸੰਗਤ ਪ੍ਰਾਪਤ ਹੁੰਦੀ ਹੈ, ਵਰਨਾ ਨਹੀਂ ਪ੍ਰਾਪਤ ਹੁੰਦੇ ਜੇ। ਆਠ ਪਹਿਰ ਹਰ ਧਿਆਏ। ਮਹਾਰਾਜ ਜੀ ਉੱਥੇ ਫਿਰ ਕੀ ਹੁੰਦਾ ਹੈ? ਕੀ ਕਰ ਦਿੰਦੀ ਸੰਗਤ? ਕਿਵੇਂ ਵੱਧਦਾ ਜਾਂਦਾ ਹੈ? ਕਹਿੰਦੇ ਉਹ ਭਾਈ ਸੰਗਤ ਦਾ ਉਪਦੇਸ਼ ਹੀ ਇਹੋ ਪਰਮੇਸ਼ਰ ਦੇ ਪਿਆਰਿਆਂ ਦਾ। ਗੁਰੂ ਕੈ ਸਿੱਖਾ ਆਠ ਪਹਿਰ ਹਰ ਧਿਆਏ।
ਅੱਠੇ ਪੈਰ ਹੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਉੱਠਦਾ ਬਹਿੰਦਾ ਸੌਂਦਾ ਜਾਗਦਾ ਹੀ ਧਿਆਉਂਦਾ ਰਿਹਾ ਕਰ। ਹਰ ਜਸ ਨਿਤ ਸੁਣ, ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਜਸ ਨੂੰ ਕੀਰਤਨ ਦੁਆਰਾ ਕਥਾ ਦੁਆਰਾ ਨਿਤਾ ਪ੍ਰਤੀ ਸੁਣਨਾ ਕਰ। ਇਹ ਬਖਸ਼ਿਸ਼ ਗੁਰੂ ਕੀ ਪਿਆਰੀ ਸਾਧ ਸੰਗਤ ਕਰਦੀ ਹੈ। ਇਹ ਪਰ ਨਾਮ ਰੂਪੀ ਧਨ ਸੰਗਤ ਚੋਂ ਮਿਲਿਆ। ਸੰਗਤ ਨੇ ਇਹ ਸਿਖਾਇਆ, ਗੁਰੂ ਕੈ ਸਿੱਖਾ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ, ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਨਿਤਾ ਪ੍ਰਤੀ ਸੁਣਿਆ ਕਰ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਰਹਿਮਤ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਸਾਡੇ ਤੇ ਅੱਜ ਬਖਸ਼ਿਸ਼ ਕਰਕੇ, ਸੋ ਦਿਆਲਤਾ ਕਰਕੇ ਬਖਸ਼ਿਸ਼ ਕੀਤੀ ਹੈ ਜੀ। ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਇਸ ਪਾਵਨ ਅਸਥਾਨ ਵਿਖੇ ਪ੍ਰਾਰੰਭ ਹੈ। ਆਓ ਉਸ ਵਿੱਚ ਜੋ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਸਰਵਣ ਕਰੀਏ ਜੀ। ਬਲਾਵਲ ਦਰਮਾ ਦੇ ਠਾਡੇ ਦਰਬਾਰ, ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਭਗਤ ਕਬੀਰ ਜੀ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਸਿੱਖਾ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਸੋ ਮਹਾਰਾਜ ਜੀ, ਜਿਵੇਂ ਆਪਾਂ ਹੁਕਮਨਾਮੇ ਸਾਹਿਬ ਜੀ ਦੀ ਕਥਾ ਚ ਸਰਵਣ ਕੀਤਾ, ਕਿਤੇ ਬੜੇ ਵੱਡੇ ਪੁੰਨ ਹੋਣ ਤਾਂ ਜਾ ਕਰਕੇ ਸੰਗਤ ਪ੍ਰਾਪਤ ਹੁੰਦੀ ਹੈ। ਮਨ ਬੜਾ ਉਦਾਸ ਹੋ ਗਿਆ, ਮੈਂ ਇੰਨੇ ਪੁੰਨਾਂ ਵਾਲਾ ਕਿੱਥੋਂ ਹੋ ਸਕਦਾ, ਮੈਂ ਤੇ ਕਰਮਾਂ ਦਾ ਮਾਰਿਆ ਹੋਇਆ ਹਾਂ ਅੱਗੇ। ਸੋ ਮਹਾਰਾਜ ਜੀ, ਮੇਰਾ ਕੋਈ ਭਲਾ ਹੋ ਜਾਵੇ। ਆ ਕਥਾ ਕੰਨਾਂ ਚ ਸਰਵਣ ਹੋਈ ਸੀ, ਪਰ ਮਹਾਰਾਜ ਜੀ ਚਿੱਤ ਬੜਾ ਉਦਾਸ ਹੋ ਗਿਆ ਏ। ਮੈਂ ਕਿਵੇਂ, ਮੇਰਾ ਵੀ ਭਲਾ ਗਰੀਬ ਦਾ ਹੋ ਸਕਦਾ, ਮੈਨੂੰ ਦੱਸੋ। ਤਾਂ ਭਗਤ ਕਬੀਰ ਜੀ ਨੇ ਸਾਡੀ ਬਾਹ ਫੜ ਲਈ, ਕਹਿਣ ਲੱਗੇ ਸਿੱਖਾ ਡੋਲ ਨਾ, ਆ ਤੈਨੂੰ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਅਰਦਾਸ ਕਰਨ ਦੀ ਜਾਚ ਦੱਸਦੇ ਹਾਂ। ਸੋ ਇਹ ਭਾਈ ਗੁਰੂ ਕੇ ਪਿਆਰੇ ਭਗਤ, ਗੁਰੂ ਕੇ ਪਿਆਰੇ ਲਾਲ ਹੀ ਨੇ ਨਾ ਜਿਹੜੇ ਇਹ ਜੁਗਤੀ ਦੱਸ ਸਕਦੇ ਨੇ। ਦੂਸਰਾ ਕਿਵੇਂ ਦੱਸੇਗਾ? ਜਿਵੇਂ ਮਾਤਾ ਨੂੰ ਮਾਈ ਆਈ ਸੀ ਨਾ ਮੰਗਣ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪੁੱਤਰ ਦੀ ਦਾਤ, ਬਚਨ ਕੀਤੇ ਧੀਏ ਤੇਰੇ ਕਰਮਾਂ ਚ ਨਹੀਂ ਹੈ। ਚੰਗੇ ਵਕੀਲ ਮਿਲ ਗਏ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਬੜੀ ਉਦਾਸ ਸੀ ਮਾਈ। ਸੋ ਮਨ ਚ ਵਿਚਾਰ ਕਰਦੀ ਝੂਰਦੀ, ਮੈਂ ਕਿੱਡੀ ਕਰਮਾਂ ਦੀ ਮਾਰੀ ਆ, ਮੈਨੂੰ ਕੁਝ ਮਿਲ ਹੀ ਨਹੀਂ ਸਕਦਾ ਗੁਰੂ ਕੇ ਦਰ ਤੋਂ। ਚੰਗੇ ਵਕੀਲ ਮਿਲ ਗਏ, ਭਾਈ ਗੁਰਦਾਸ ਜੀ ਵਰਗੇ, ਕਹਿਣ ਲੱਗੇ ਧੀਏ ਡੋਲਦੀ ਕਿਉਂ ਐ, ਆ ਕਾਗਜ਼ ਤੇ ਪੈਨ ਲੈ ਕੇ ਜਾ ਕੇ ਆਖੀ ਪਾਤਸ਼ਾਹ ਉੱਥੇ ਲਿਖਣ ਵਾਲਾ ਵੀ ਤੂੰ, ਇੱਥੇ ਲਿਖਣ ਵਾਲਾ ਵੀ ਤੂੰ ਮੇਰੇ ਮਾਲਕਾ। ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੇ, ਗੱਲ ਕੋਈ ਬਹੁਤੀ ਵੱਡੀ ਗੱਲ ਤਾਂ ਨਹੀਂ ਨਾ ਤੇਰੇ ਵਾਸਤੇ। ਸੋ ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਜਿਵੇਂ ਦਾਤ ਦਿੱਤੀ ਸੀ, ਐਵੇਂ ਹੀ ਮਨ ਤੇ ਡੋਲਿਆ ਹੋਇਆਂ ਨੂੰ ਭਗਤ ਕਬੀਰ ਜੀ ਨੇ ਬਾਹੋਂ ਫੜ ਕੇ ਆਖਿਆ, ਭਾਈਆ ਚਿੰਤਾ ਕਦ ਲਈ ਕਰਦਾ, ਆ ਤੈਨੂੰ ਦੱਸਦੇ ਆ। ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰ, ਮਹਾਰਾਜ ਦਰ ਮਾਦੇ ਠਾਡੇ ਦਰਬਾਰ। ਮਾਦੇ ਮਹਾਰਾਜ ਨਿਮਾਣੇ ਹੋ ਕਰਕੇ ਆਪ ਜੀ ਦੇ ਦਰ ਦਰਵਾਜ਼ੇ ਦੇ ਉੱਤੇ ਖਲੋਤੇ ਹੋਏ ਹਾਂ। ਸੋ ਬਹੁਤੇ ਨਿਮਾਣੇ ਹੋਏ ਹਾਂ, ਆਪ ਜੀ ਦੇ ਦਰ ਦਰਬਾਰ ਤੇ ਦਰਵਾਜ਼ੇ ਤੇ ਖਲੋਤੇ ਹਾਂ ਜੀ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੇ ਕਹਿੰਦੇ ਮਹਾਰਾਜ ਪੁੱਛ ਲੈਣ ਕਿ ਭਾਈ ਕੌਣ ਹੈ ਤੂੰ ਸਾਡੇ ਦਰਵਾਜ਼ੇ ਤੇ ਖਲੋ ਕੇ ਸਾਨੂੰ ਆਵਾਜ਼ਾਂ ਮਾਰਦਾ, ਕੀ ਕਾਰਨ, ਕੀ ਕੰਮ ਆਇਆ? ਆਪਾਂ ਕਿਸੇ ਨੂੰ ਆਵਾਜ਼ ਦਈਏ ਵੱਡੇ ਸ਼ਾਹੂਕਾਰ ਨੂੰ ਕਿ ਸ਼ਾਹੂਕਾਰ ਜੀ, ਸ਼ਾਹ ਜੀ ਤੁਹਾਡੇ ਦਰਵਾਜ਼ੇ ਤੇ ਖਲੋਤੇ, ਤੇ ਉਹ ਅਗਲਾ ਪੁੱਛ ਹੀ ਲੈਂਦਾ, ਭਾਊ ਕੰਮ ਕੀ ਹੈ ਤੈਨੂੰ, ਕੌਣ ਹੈ, ਕਾਹਦੇ ਵਾਸਤੇ ਆਇਆ ਹੈ? ਕਹਿੰਦੇ ਮਹਾਰਾਜ ਅੱਗੇ ਬੇਨਤੀ ਕਰ, ਮਹਾਰਾਜ ਮੈਂ ਤੁਹਾਡੇ ਦਰ ਦਰਵਾਜ਼ੇ ਤੇ ਖਲੋਤਾ। ਜੇ ਪੁੱਛਣਗੇ ਨਾ ਕਿਵੇਂ ਆਇਆ, ਕੀ ਕਰਾਉਣਾ ਚਾਹੁੰਦਾ ਸਾਡੇ ਕੋਲੋਂ, ਤੇ ਬੇਨਤੀ ਕਰੀ ਤੁਝ ਬਿਨ ਸੁਰਤ ਕਰੈ ਕੋ ਮੇਰੀ। ਮਹਾਰਾਜ ਜੀ ਤੁਹਾਡੇ ਤੋਂ ਬਿਨਾ ਸਾਡੀ ਕੋਈ ਸੁਰਤ ਸੰਭਾਲ ਕਰ ਨਹੀਂ ਸਕਦਾ। ਸਾਡੀ ਤਰਫਦਾਰੀ ਮਹਾਰਾਜ ਭਲਾ ਕੌਣ ਕਰੇਗਾ, ਕੌਣ ਸਾਡੀ ਸੰਭਾਲ ਕਰੇਗਾ? ਤਾਂ ਆਏ ਆ ਇਸ ਦਰ ਤੇ ਆਣ ਕਰਕੇ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇਹ ਬੇਨਤੀ ਕਰਨ ਆਏ, ਆਪ ਜੀ ਤੋਂ ਬਿਨਾ ਸਾਡਾ ਕੌਣ ਹੈ? ਕਿਰਪਾਲੂ ਜੀ ਕੌਣ ਹੈ ਜੇ ਆਪ ਜੀ ਬਖਸ਼ਿਸ਼ ਨਾ ਕਰਦੇ, ਜੇ ਆਪ ਰਹਿਮਤ ਨਾ ਕਰਦੇ, ਇਹ ਪਾਵਨ ਸਰੋਵਰ ਆਪ ਜੀ ਨਾ ਲਾਉਂਦੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਮੰਨ ਕਰਕੇ, ਤੇ ਸਾਡਾ ਭਲਾ ਕਿਵੇਂ ਹੋਣਾ ਸੀ? ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਾਸੀ ਕਿੰਨੇ ਕਹਿਣਾ ਸੀ? ਮਹਾਰਾਜ ਇਹ ਆਪ ਜੀ ਦੀ ਬਖਸ਼ਿਸ਼ ਹੈ ਨਾ। ਸੋ ਜਿੱਥੇ ਵੀ ਜਾਣੇ ਦੁਨੀਆ ਦੇ ਲੋਕ ਜਿਹੜੇ ਅੰਮ੍ਰਿਤਸਰ ਸਾਹਿਬ ਚ ਵਸਣ ਵਾਲੇ ਨੇ, ਬੜਾ ਮਾਣ ਤੇ ਸਤਿਕਾਰ ਦਿੰਦੇ ਨੇ, ਇਹ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ। ਗੁਰਦੇਵ ਇਹ ਆਪ ਜੀ ਦੀ ਕਿਰਪਾ ਹੈ, ਤੁਹਾਡੇ ਬਿਨਾਂ ਭਲਾ ਸਾਡੀ ਸੁਰਤ ਸੰਭਾਲ ਕੌਣ ਕਰ ਸਕਦਾ? ਕੋਈ ਨਹੀਂ ਹੈ ਸੰਸਾਰ ਦੇ ਵਿੱਚ। ਇਸ ਕਰਕੇ ਮਹਾਰਾਜ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਜੀ। ਦਰਸ਼ਨ ਦੀਜਾ ਖੋਲ ਕੇ ਵਾਰ। ਹਾਂ ਭਾਈ ਕੀ ਚਾਹੁੰਦਾ ਹੈ ਦੱਸ। ਠੀਕ ਹੈ ਤੇਰੀ ਗੱਲ ਮੰਨ ਲਈ। ਹੋਰ ਮਹਾਰਾਜ ਜੀ ਕਿਰਪਾ ਕਰੋ, ਜਿੱਥੇ ਆਪ ਜੀ ਨੇ ਰਹਿਮਤ ਕੀਤੀ ਹੈ,
ਜਿੱਥੇ ਆਪ ਜੀ ਨੇ ਦਿਆਲਤਾ ਕੀਤੀ, ਆਪਣੇ ਦਰਵਾਜ਼ੇ ਤੇ ਲਿਆ ਕਰਕੇ ਖਿਲਾਰ ਲਿਆ ਹੈ। ਹੁਣ ਕਿਰਪਾ ਕਰੋ, ਰਹਿਮਤ ਕਰੋ, ਦਰਸ਼ਨ ਦੀਜੈ ਖੋਲ ਕਵਾਰ। ਸਾਡੇ ਆਸਾ ਤੇ ਅੰਦੇਸ਼ਾ ਰੂਪੀ ਜਿਹੜੇ ਪੱਟ ਜੁੜੇ ਹੋਏ ਨੇ ਨਾ, ਇਹਨਾਂ ਨੂੰ ਖੋਲ ਕਰਕੇ ਹਿਰਦੇ ਰੂਪੀ ਘਰ ਵਿੱਚ ਆਣ ਕਰਕੇ ਆਪ ਜੀ ਦਰਸ਼ਨ ਦੇ ਦੇਵੋ। ਕਿਰਪਾ ਕਰੋ, ਇਹ ਪਾਵਨ ਕਵਾੜ ਸਾਡੇ ਖੋਲ ਕਰਕੇ ਸਾਨੂੰ ਦਰਸ਼ਨ ਦੇਵੋ ਜੀ। ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਧਨ ਧਨੀ ਉਦਾਰ ਤਿਆਗੀ। ਭਾਈ ਭਲਾ ਮੈਂ ਕਾਹਦੇ ਲਈ ਕਰਾਂ, ਕਿਉਂ ਕਰਾਂ? ਮਹਾਰਾਜ ਬੇਨਤੀ ਤੁਹਾਡੇ ਅੱਗੇ ਤਾਂ ਕਰਦੇ, ਤੁਸੀਂ ਤੁਮ ਧਨ ਧਨੀ ਉਦਾਰ ਤਿਆਗੀ। ਮਹਾਰਾਜ ਜੀ ਤੁਸੀਂ ਧਨੀ ਹੋ, ਨਾਮ ਰੂਪੀ ਧਨ ਦੀ ਦਾਤ ਦੇਣ ਵਾਲੇ ਹੋ। ਤੇ ਭਾਈ ਜਿਹੜਾ ਧਨੀ ਮਨੁੱਖ ਹੁੰਦਾ ਏ ਉਹ ਸੂਮਵੀ ਹੁੰਦਾ, ਉਹ ਚ ਸੂਮਪਣਾ ਬੜਾ ਹੁੰਦਾ ਏ। ਉਹ ਇੱਕ ਵੀ ਦੀਵਾਨੀ ਗਵਾਉਣਾ ਨਹੀਂ ਚਾਹੁੰਦਾ, ਸਾਰੀ ਦਿਹਾੜੀ ਇਸੇ ਹਿਸਾਬ 'ਚ ਲੱਗਾ ਰਹਿੰਦਾ ਏ, ਕਿੰਨੇ ਆਏ ਤੇ ਕਿੰਨੇ ਗਏ। ਪਰ ਮਹਾਰਾਜ ਤੁਹਾਡੇ ਅੱਗੇ ਬੇਨਤੀ ਤਾਂ ਕਰਨ ਆਏ ਆ, ਤੁਸੀਂ ਧਨੀ ਵੀ ਹੋ, ਨਾਮ ਰੂਪੀ ਧਨ ਦੇਣ ਵਾਲੇ ਹੋ। ਚਾਰ ਪਦਾਰਥਾਂ ਰੂਪੀ ਧਨ, ਧਰਮ ਅਰਥ ਕਾਮ ਰੂਪ ਕਾਮ ਮੋਖ, ਇਹ ਜਿਹੜੇ ਧਨ ਹਨ ਇਹਨਾਂ ਨੂੰ ਦੇਣ ਵਾਲੇ ਹੋ। ਆਪ ਜੀ ਦੀ ਬਾਣੀ ਪੜਿਆ ਤੇ ਸੁਣਿਆ, ਚਾਰ ਪਦਾਰਥ ਜੇ ਕੋ ਮੰਗੈ ਸਦ ਜਣਾ ਕੀ ਸੇਵਾ ਲੱਗ। ਆਪ ਜੀ ਦੀ ਪਿਆਰੀ ਸਾਧ ਸੰਗਤ ਕਾਮ ਧਨ ਰੂਪੀ ਗਊ ਚੋਂ ਹੀ ਚਾਰ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਪਰ ਮਹਾਰਾਜ ਬੇਨਤੀਆਂ ਤਾਂ ਕਰਦੇ, ਤੁਸੀਂ ਉਦਾਰ ਦਾਤੇ ਵੀ ਹੋ, ਤੁਸੀਂ ਸੂਮ ਨਹੀਂ, ਤੁਸੀਂ ਕੱਲੇ ਧਨੀ ਨਹੀਂ ਹੋ, ਤੁਸੀਂ ਉਦਾਰ ਦਾਤੇ ਵੀ ਹੋ, ਫਿਰ ਤਿਆਗੀ ਵੀ ਹੋ। ਪਾਤਸ਼ਾਹ ਆਪ ਜੀ ਤਿਆਗ ਕਰਨ ਵਾਲੇ ਹੋ। ਆਪ ਜੀ ਦਾਨ ਦੇਣ ਤੇ ਆਏ, ਐਸੇ ਉਦਾਰ ਦਾਤੇ ਹੋ, ਐਸੇ ਖੁੱਲ੍ਹ ਦਿਲੇ ਤਿਆਗੀ ਦਾਨੀ ਆਪ ਜੀ। ਦਾਨ ਕਰਨ ਤੇ ਆਏ, ਸਰਬੰਸੀ ਲਟਾ ਦਿੱਤਾ ਸਾਡੇ ਤੋਂ, ਸਰਬੰਸੀ ਕਲਗੀਧਰ ਪਿਤਾ ਜੀ। ਵੱਡੇ ਵੱਡੇ ਪੀਰ ਰਹਿਬਰ, ਵੱਡੇ ਵੱਡੇ ਮਹਾਰਾਜ ਚੱਕਰਵਰਤੀ ਬਾਦਸ਼ਾਹ ਦਸ਼ਰਥ ਵਰਗੇ ਪੁੱਤਰਾਂ ਦੇ ਵਿਜੋਗ ਵਿੱਚ ਰੋਂਦੇ ਫਿਰਦੇ ਆਪਣੇ ਮਹਿਲਾਂ ਤੋਂ ਡਿੱਗ ਕਰਕੇ ਮਰ ਗਏ। ਪਰ ਧੰਨ ਸਤਿਗੁਰੂ ਕਲਗੀਧਰ ਪ੍ਰੀਤਮ ਜੀ ਆਪ ਜੀ ਬਖਸ਼ਿਸ਼ ਕਰਨ ਤੇ ਆਏ, ਰਹਿਮਤ ਕਰਨ ਤੇ ਆਏ। ਆਪ ਜੀ ਨੇ ਸਰਬੰਸ ਹੀ ਮਾਤਾ ਪਿਤਾ ਸਮੇਤ ਆਪਣੇ ਸਾਹਿਬਜ਼ਾਦਿਆਂ ਤੇ ਸਾਡੇ ਤੋਂ ਲੁਟਾ ਕੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਮਹਾਰਾਜ ਏਡੇ ਵੱਡੇ ਆਪ ਜੀ ਦਾਤੇ ਹੋ, ਤਾਂ ਬੇਨਤੀ ਕਰਨ ਵਾਸਤੇ ਆਏ, ਐਵੇਂ ਨਹੀਂ ਆ ਗਏ ਜੀ। ਕੌਣ ਹੋ? ਤੁਮ ਤਨ ਧਨੀ ਉਦਾਰ ਤਿਆਗੀ। ਸੋ ਮਹਾਰਾਜ ਆਪ ਜੀ ਐਸਾ ਤਿਆਗ ਕਰਨ ਵਾਲੇ ਹੋ ਜੀ। ਸ਼ਰਵਣਨ ਸੁਣੀਅਤ ਸੁਜਸ ਤੁਮਾਰ। ਮਹਾਰਾਜ ਇਹ ਸ੍ਰੇਸ਼ਟ ਜਸ ਜਿਹੜਾ ਨਾ ਅਸੀਂ ਕੰਨਾਂ ਨਾਲ ਸੁਣ ਕੇ ਆਏ, ਐਵੇਂ ਉਹੀ ਨਹੀਂ ਆ ਗਏ ਆਪ ਜੀ ਦੇ ਦਰ ਤੇ, ਉਵੇਂ ਹੀ ਆਣ ਕਰਕੇ ਇੱਥੇ ਪੁਕਾਰ ਕੀਤੀ ਹੈ। ਇਹ ਸਾਰਾ ਹੀ ਜਸ ਆਪ ਜੀ ਦਾ ਨਾਮ ਰੂਪੀ ਜਸ ਅਸੀਂ ਸਰਵਣ ਕੀਤਾ ਹੈ। ਆਪ ਜੀ ਦੀ ਇਹ ਮਹਿਮਾ ਸੁਣੀ ਹੈ ਪਾਤਸ਼ਾਹ ਜੀ, ਤਾਂ ਆਏ ਹਾਂ। ਆਪ ਜੀ ਨੇ ਐਸੀ ਕਿਰਪਾ ਕਰਨ ਵਾਲੇ ਹੋ ਜੀ। ਮੰਗੋ ਕਾਹੇ ਰੰਕ ਸਭ ਦੇਖੋ। ਤੇ ਜੇ ਮਹਾਰਾਜ ਕਹਿ ਦੇਣ ਭਾਈ ਹੋਰ ਕਿਤੇ ਚਲਾ ਜਾ, ਸਾਨੂੰ ਪਤਾ ਲੱਗਾ ਪਹਿਲਾਂ ਤੂੰ ਹੋਰ ਥਾਂ ਦੀਵੇ ਜਗਾਉਂਦਾ ਫਿਰਦਾ ਸਾਂ, ਕਦੀ ਤੇਲ ਪਾਉਂਦਾ ਫਿਰਦਾ, ਜਾ ਉਹਨਾਂ ਲੈਣਾ ਜਾ ਕੇ ਲੱਗ, ਅਸੀਂ ਨਹੀਂ ਦਿੰਦੇ ਤੈਨੂੰ ਕੁਝ ਵੀ। ਤੇ ਕਹਿੰਦੇ ਬੇਨਤੀ ਕਰੀ, ਭਗਤ ਕਬੀਰ ਜੀ ਕਹਿੰਦੇ ਮਹਾਰਾਜ ਬੇਨਤੀ ਕਰੀ ਗੁਰੂ ਕੈ ਸਿੱਖਾ ਆਖੀ। ਮਹਾਰਾਜ ਮੰਗੋ ਕਾਏ ਰੰਕ ਸਭ ਦੇਖੋ। ਮਹਾਰਾਜ ਕਿਹਦੇ ਕੋਲੋਂ ਮੰਗਾ ਜਾ ਕੇ? ਸਾਰੇ ਹੀ ਭਿਖਾਰੀ ਨੇ, ਸਾਰੇ ਦੇ ਸਾਰੇ ਹੀ। ਜਿਵੇਂ ਇੱਕ ਗੁਰੂ ਕਾ ਸਿੱਖ ਭਾਈ ਸੈਦਾ ਘਿਓ ਨਾਮ ਕਰਕੇ ਗੁਰੂ ਕੇ ਇਤਿਹਾਸ ਚ ਆਉਂਦਾ ਹੈ, ਉਹਦੇ ਮਨ ਚ ਵਿਚਾਰ ਆਈ ਕਿ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਰੋਜ਼ ਰਾਵੀ ਤੇ ਇਸ਼ਨਾਨ ਕਰਨ ਜਾਂਦੇ ਨੇ, ਸ਼ਾਇਦ ਸਤਿਗੁਰੂ ਸਾਹਿਬ ਜੀ ਸਾਰੀਆਂ ਦਾਤਾਂ ਵਰਨ ਦੇਵਤੇ ਪਾਸੋਂ ਲੈ ਕਰਕੇ ਆਉਂਦੇ ਹਨ। ਸੂਰਜ ਪ੍ਰਕਾਸ਼ ਚ ਇਹ ਪਾਵਨ ਕਥਾ ਆਉਂਦੀ ਹੈ। ਮਨ ਚ ਵਿਚਾਰ ਕੀਤੀ ਮੈਂ ਵੀ ਕਿਉਂ ਨਾ ਸਵੇਰੇ ਜਾ ਕਰਕੇ ਉੱਥੇ ਦਰਸ਼ਨ ਕਰਕੇ ਆਵਾਂ। ਜਿਸ ਸਮੇਂ ਜਾਣ ਲੱਗਾ ਵੇਖਿਆ ਕਿ ਕੋਈ ਗੁਰੂ ਕੇ ਦਰਬਾਰ ਕਰਤਾਰਪੁਰ ਸਾਹਿਬ ਵਿਖੇ ਝਾੜੂ ਦਿੰਦਾ ਫਿਰਦਾ ਅੰਮ੍ਰਿਤ ਵੇਲੇ। ਪੁੱਛਿਆ ਕੌਣ? ਕਹਿੰਦੇ ਜੀ ਮੈਂ ਵਰਨ ਦੇਵਤਾ। ਕਹਿਣ ਲੱਗੇ ਤੂੰ ਇਹ ਕੀ ਕਰਨਾ ਹੈ? ਕਹਿੰਦੇ ਗੁਰੂ ਸਾਹਿਬ ਜੀ ਪਾਸੋਂ ਦਾਤਾਂ ਲੈਣ ਵਾਸਤੇ ਆਉਣਾ ਤੇ ਬੇਨਤੀ ਕਰਦਾ ਹੈ ਕਿ ਮੇਰੇ ਆਣ ਕਰਕੇ ਦਰਸ਼ਨ ਜ਼ਰੂਰ ਮੈਨੂੰ ਹਰ ਰੋਜ਼ ਅੰਮ੍ਰਿਤ ਵੇਲੇ ਦਿਆ ਜੇ। ਭਾਈ ਸਾਦਾ ਕਿਉਂ ਕਹਾਂਗਾ ਭਾਈ ਸਿੱਖਾ ਮੈਂ ਤੇ ਚੱਲਿਆ ਸਾਂ ਤੇਰੇ ਕੋਲ, ਪਰ ਤੂੰ ਵੀ ਇੱਥੇ ਹੀ ਆਣ ਕਰਕੇ ਮੰਗੀ ਜਾਂਦਾ, ਫਿਰ ਇੱਥੋਂ ਹੀ ਮੰਗਦੇ ਆ। ਮਹਾਰਾਜ ਕਿਹਦੇ ਕੋਲ ਜਾ ਕੇ ਮੰਗੀਏ? ਮੰਗੋ ਕਾਹੇ ਰੰਕ ਸਭ ਦੇਖੋ। ਸਾਰੇ ਮਹਾਰਾਜ ਭਿਖਾਰੀ ਦਿਸਦੇ ਹਨ, ਸਾਰੇ ਤੇਰੇ ਦਰ ਦੇ ਮੰਗਤੇ ਹਨ, ਹੋਰ ਕਿੱਥੇ ਜਾਈਏ ਜੀ।
ਮਹੀ ਤੇ ਮੇਰੋ ਨਿਸਤਾਰ। ਮਹਾਰਾਜ ਤੁਹਾਡੇ ਪਾਸੋਂ ਹੀ ਮੇਰਾ ਨਿਸਤਾਰਾ ਹੋ ਸਕਦਾ, ਹੋਰ ਕਿਤੇੋਂ ਥਾਂ ਤੋਂ ਜਾ ਕਰਕੇ ਸਾਡਾ ਨਿਸਤਾਰਾ ਨਹੀਂ ਹੈ ਜੀ। ਜੈ ਦਿਓ ਨਾਮਾ ਬਿਪ ਸੁਦਾਮਾ। ਹੁਣ ਮਹਾਰਾਜ ਪੁੱਛ ਲੈਣ ਗੁਰੂ ਕੈ ਸਿੱਖਾ, ਐਵੇਂ ਨਾ ਗੱਲਾਂ ਮਾਰੀ ਜਾ, ਕੋਈ ਗਵਾਹੀ ਦੇ, ਮੈਂ ਕਿਸੇ ਤੇ ਕੋਈ ਦਾਤ ਨਹੀਂ ਦਿੱਤੀ, ਮੈਂ ਕਿਸੇ ਤੇ ਕੁਝ ਨਹੀਂ ਕੀਤਾ, ਮੈਨੂੰ ਦੱਸਾਂ ਕਿੱਥੇ ਕਿਹਦੇ ਤੇ ਭਲਾ ਮੈਂ ਬਖਸ਼ਿਸ਼ ਕੀਤੀ ਹੈ। ਮਹਾਰਾਜ ਹੈ ਤੇ ਬਹੁਤ ਜ਼ਿਆਦੇ, ਪਰ ਕੁਝ ਕੁ ਦਾ ਨਾਮ ਲੈ ਕਰਕੇ ਦੱਸਦੇ ਹਾਂ। ਭਗਤ ਜੈਦੇਵ ਜੀ ਜਿਨ੍ਹਾਂ ਦੀ ਕਥਾ ਆਉਂਦੀ, ਜਿਹੜੇ ਮਰ ਚੁੱਕੇ ਸਨ, ਮੋਇਆ ਹੋਇਆਂ ਦੀ ਅਰਥੀ ਲੈ ਕਰ ਭੂਮਿਕਾ ਚ ਗਏ। ਸੋ ਜਿਹੜੀ ਧਰਮ ਪਤਨੀ ਸੀ ਭਗਤ ਜੈਦੇਵ ਜੀ ਦੀ, ਉਹ ਸਤੀ ਹੋਣ ਵਾਸਤੇ ਨਾਲ ਤਿਆਰ ਹੋਈ, ਬੜੇ ਸੁੰਦਰ ਵਸਤਰ ਪਹਿਨੇ, ਸਤੀ ਹੋਣ ਲੱਗੀ ਆ ਆਪਣੇ ਪਤੀ ਦੇ ਨਾਲ। ਸੋ ਜਾਂਦੇ ਹੋਏ ਮਨ ਚ ਵਿਚਾਰ ਕੀਤੀ, ਭਗਤ ਨਾਮਦੇਵ ਜੀ ਪਰਮੇਸ਼ਰ ਦੇ ਪਿਆਰੇ ਭਗਤੀ ਕਰਦੇ ਸਨ, ਕਹਿਣ ਲੱਗੀ ਇਹਨਾਂ ਦੇ ਦਰਸ਼ਨ ਹੀ ਕਰ ਜਾਵਾਂ ਪਰਮੇਸ਼ਰ ਦੇ ਪਿਆਰਿਆਂ ਦੇ। ਜਾ ਕੇ ਮੱਥਾ ਟੇਕਿਆ, ਭਗਤੀ ਸਮਾਧੀ ਚ ਬੈਠੇ ਹੋਏ ਸਨ। ਜਿਸ ਸਮੇਂ ਚਰਨਾਂ ਤੇ ਨਮਸਕਾਰ ਕੀਤੀ, ਅੱਖਾਂ ਖੁੱਲੀਆਂ, ਬੜਾ ਸੁੰਦਰ ਪਹਿਰਾਵਾ ਵੇਖ ਕਰਕੇ ਸਤੀਆਂ ਵਾਲਾ ਬਚਨ ਕੀਤੇ, ਕਹਿਣ ਲੱਗੇ ਸਦਾ ਸੁਹਾਗਣ ਹੋ, ਸਦਾ ਸੁਹਾਗਣ। ਇਹ ਬੀਬੀ ਕਹਿਣ ਲੱਗੀ, ਕਹਿੰਦੀ ਜਾਓ ਮੇਰੇ ਪਤੀ ਦੀ ਅਰਥੀ ਚੁੱਕੇ ਇੱਥੇ ਲੈ ਆਵੋ, ਪਰਮੇਸ਼ਰ ਦੇ ਪਿਆਰੇ ਭਗਤਾਂ ਨੇ ਮੈਨੂੰ ਵਰ ਦੇ ਦਿੱਤਾ ਸਦਾ ਸੁਹਾਗਣ ਦਾ। ਮੇਰਾ ਪਤੀ ਇਹ ਹੁਣ ਚੜਾਈ ਨਹੀਂ ਕਰ ਸਕਦਾ, ਆਪੇ ਉਹਦੇ ਚ ਜਾਨ ਪਾ ਕੇ ਦੇਣਗੇ। ਲੈ ਕੇ ਅਰਥੀ ਆ ਗਏ ਕੋਲ। ਭਗਤ ਨਾਮਦੇਵ ਜੀ ਨੇ ਵਿਚਾਰ ਕੀਤੀ, ਕਾਦੇ ਲਈ ਬੋਲਣਾ ਚਾਹੀਦਾ ਸੀ, ਨਹੀਂ ਸੀ ਬੋਲਣਾ ਚਾਹੀਦਾ, ਚੁੱਪ ਕਰਕੇ ਬੈਠੇ ਰਹਿੰਦੇ ਚੰਗਾ ਸੀ, ਆ ਨਵਾਂ ਹੀ ਪੰਗਾ ਸੇੜ ਬੈਠੇ ਹਾਂ। ਸਾਰੀ ਸੰਗਤ ਨੇ ਬੇਨਤੀ ਕੀਤੀ, ਉਸ ਸਮੇਂ ਬਚਨ ਕੀਤੇ ਨੇ ਪਾਵਨ ਗੁਰਬਾਣੀ ਜੋ ਅੰਗਤ ਹਨ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਮਨ ਤਨ ਰਾਮ ਪਿਆਰੇ ਜੋਗ। ਇਹ ਬਚਨ ਕਹਿ ਕਰਕੇ, ਇਹ ਪਾਵਨ ਸ਼ਬਦ ਉਚਾਰਨ ਕਰਕੇ ਤੇ ਜੈਦੇਵ ਜੀ ਦੇ ਵਿੱਚ ਪ੍ਰਾਣ ਬਖਸ਼ੇ। ਫਿਰ ਉਹ ਭਾਈ ਐਸੀ ਭਗਤੀ ਵਾਲੇ ਹੋਏ ਜਿਨ੍ਹਾਂ ਨੂੰ ਆਪਾਂ ਪੜ੍ਹਦੇ, ਜੈਦੇਵ ਤਿਆਗੇ ਅਹਮੇਵ, ਅਹੰਕਾਰ ਹੀ ਸਾਰਾ ਤਿਆਗ ਦਿੱਤਾ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋ ਗਏ। ਮਹਾਰਾਜ ਉਹਨਾਂ ਤੇ ਵੀ ਆਪ ਜੀ ਨੇ ਬਖਸ਼ਿਸ਼ ਕੀਤੀ। ਫਿਰ ਜੈਦੇਵ ਨਾਮਾ, ਭਗਤ ਨਾਮਦੇਵ ਜੀ, ਦਿਉਰਾ ਫੇਰਨਾ, ਫਿਰ ਇਸੇ ਤਰੀਕੇ ਦੇ ਨਾਲ ਦੁੱਧ ਛਕਣਾ, ਫਿਰ ਇਸੇ ਤਰੀਕੇ ਦੇ ਨਾਲ ਛੰਨ ਬੰਨਣੀ। ਸੋ ਐਸੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲੇ ਆਪ ਜੀ ਨੇ ਭਗਤ ਨਾਮਦੇਵ ਜੀ ਤੇ ਵੀ ਬਖਸ਼ਿਸ਼ ਕੀਤੀ ਹੈ ਜੀ। ਜੈਦੇਵ ਜਿਹੜਾ ਦਰਿਦਰੀ, ਸੋ ਜੈਦੇਵ ਨਾਮਾ ਬਿਪ ਸੁਦਾਮਾ, ਬ੍ਰਾਹਮਣ ਸੁਦਾਮਾ ਜਿਹੜਾ ਸੀ, ਜੇ ਤੇ ਦਲਿੱਦਰ ਪਿਆ ਹੋਇਆ ਸੀ, ਦਵਾਰਕਾ ਜਾ ਕਰਕੇ ਜਿਸ ਸਮੇਂ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ, ਉਹਦਾ ਦਰਿਦਰ ਦੂਰ ਕੀਤਾ। ਮਹਾਰਾਜ ਕਿੰਨੇ ਅਕਾਲ ਪੁਰਖ ਵਾਹਿਗੁਰੂ ਗਿਣਤੀ ਕਰੀਏ ਜੀ। ਤਿਨ ਕੋ ਕਿਰਪਾ ਭਈ ਹੈ ਅਪਾਰ। ਉਹਨਾਂ ਸਾਰਿਆਂ ਦੇ ਉੱਤੇ ਆਪ ਜੀ ਦੀ ਪਾਰਾਵਾਰ ਅਕਾਲ ਪੁਰਖ ਵਾਹਿਗੁਰੂ, ਪਾਰਾਵਾਰ ਤੋਂ ਰਹਿਤ ਪਾਤਸ਼ਾਹ ਜੀ ਅਪਾਰ ਕਿਰਪਾ ਕੀਤੀ ਹੈ ਤੁਸੀਂ। ਕਹ ਕਬੀਰ ਤੁਮ ਸਮਰਥ ਦਾਤੇ। ਭਗਤ ਕਬੀਰ ਜੀ ਕਹਿੰਦੇ, ਭਾਈ ਸਿੱਖਾ ਇਹ ਬੇਨਤੀ ਕਰੀ ਮਹਾਰਾਜ ਤੁਸੀਂ ਸਮਰੱਥ ਹੋ, ਸਰਬ ਕਲਾ ਸੰਪੂਰਨ ਹੋ, ਦਾਤੇ ਦਾਨੀ ਹੋ ਜੀ। ਚਾਰ ਪਦਾਰਥ ਦੇਤ ਨਾ ਬਾਰ। ਚੌਵੇਂ ਪਦਾਰਥ ਦਿੰਦਿਆਂ ਹੋਇਆਂ ਬਾਹਰ ਦੇਰੀ ਨਹੀਂ ਲਾਉਂਦੇ ਤੁਸੀਂ, ਬਹੁਤਾ ਸਮਾਂ ਤੁਹਾਨੂੰ ਨਹੀਂ ਲੱਗਦਾ। ਤੁਹਾਡੇ ਮਹਾਰਾਜ ਅੱਗੇ ਇਹ ਪਦਾਰਥ ਕੀ ਹਨ? ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਥਾ 'ਚ ਬਚਨ ਕਰਦੇ, ਗੁਰਸਿੱਖਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋ ਜੇ ਮੰਗਣਾ ਹੈ ਤੇ ਨਾਮ ਦੀ ਦਾਤ ਮੰਗਿਆ ਕਰ, ਨਾਮ ਦੀ ਦਾਤ। ਕਹਿੰਦੇ ਕਈ ਸਿੰਘ ਕਹਿੰਦੇ ਜੀ ਨਾਮ ਦੀ ਦਾਤ ਮੰਗ ਲਵਾਂਗੇ, ਧਨ ਦੌਲਤ, ਕਹਿੰਦੇ ਭਾਈ ਧਨ ਪਰਮੇਸ਼ਰ ਵਾਹਿਗੁਰੂ ਦੇ ਪਦਾਰਥ ਖੱਬੇ ਹੱਥ ਦੀ ਖੇਡ ਵੀ ਨਹੀਂ, ਖੱਬੇ ਹੱਥ ਦੀ ਵੀ। ਨਾਮ ਮੰਗ, ਨਾਮ ਦੀ ਦਾਤ ਮੰਗ, ਗੁਰਸਿੱਖੀ ਜੀਵਨ ਮੰਗ। ਸਤਿਗੁਰੂ ਸਾਹਿਬ ਜੀ ਤੁੱਠ ਕਰਕੇ ਜੇ ਇਹ ਦੇ ਦੇਣਗੇ ਤੇ ਇਹ ਸਾਰੇ ਪਦਾਰਥ ਪਰਮੇਸ਼ਰ ਦੇ ਪਿਆਰਿਆਂ ਦੇ ਮਗਰ ਮਗਰ ਤੁਰੇ ਫਿਰਦੇ ਨੇ, ਮਗਰ ਮਗਰ। ਕਿਵੇਂ ਜੀ? ਕੋਈ ਸਾਨੂੰ ਪ੍ਰਮਾਣ ਦੇ ਕੇ ਸਮਝਾਓ ਤਾਂ ਪਾਵਨ ਗੁਰਬਾਣੀ ਦਾ ਫਰਮਾਨ ਹੈ, ਸਭ ਨਿਧਾਨ 10 ਅਸ਼ਟ ਸੁਧਾਨ ਠਾਕੁਰ ਕਰ ਤਲ ਧਰਿਆ। ਜਿਵੇਂ ਪਾਈ ਸੋ ਪਿਆ ਹੋਇਆ ਬੇਰ ਹੱਥ ਦੀ ਤਲੀ ਦੇ ਉੱਤੇ, ਭਾਵੇਂ ਉਹਨੂੰ ਮੀਟ ਕਰਕੇ ਲੁਕਾ ਲਵੋ, ਮੁੱਠ ਮੀਟ ਕਰਕੇ, ਤੇ ਭਾਵੇਂ ਖੋਲ ਕਰਕੇ ਵਿਖਾਲ ਦੇਵੋ। ਇਵੇਂ 9 ਨਿਧੀਆਂ ਤੇ 18 ਸਿੱਧੀਆਂ ਗੁਰੂ ਕੇ ਪਿਆਰਿਆਂ ਦੇ ਸਤਿਗੁਰੂ ਸਾਹਿਬ ਜੀ ਤਲੀ ਉੱਤੇ ਰੱਖ ਕੇ ਵਿਖਾਲ ਦਿੰਦੇ ਨੇ। ਲੈ ਭਾਈ ਸਿੱਖਾ, ਜੇ ਵਰਤਾਰਾ ਵਰਤਾਉਣਾ ਹੀ ਵਰਤਾਈ ਜਾਵੀਂ, ਜੇ ਲੁਕਾ ਕੇ ਰੱਖਣੀਆਂ ਲੁਕਾ ਕੇ ਰੱਖ ਲਵੀਂ। ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਕਰਨ ਵਾਲੇ ਨੇ। ਉਹ ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਨਾਮ ਦੀ ਦਾਤ ਬਖਸ਼ੋ। ਆਪ ਤੇ 4 ਪਦਾਰਥ ਦੇਣ ਲੱਗੇ ਵੀ ਵਾਰ ਨਹੀਂ ਲਾਉਂਦੇ, ਕਿਰਪਾ ਕਰੋ ਸਾਡੇ ਤੇ ਬਖਸ਼ ਕਰੋ। ਇਹ ਪਾਵਨ ਪਵਿੱਤਰ ਵਿਚਾਰ ਸਤਿਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੁਆਰਾ
ਤੇ ਆਪ ਜੀ ਨੇ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਵਿਚਾਰ ਸਰਵਣ ਕੀਤੀ ਹੈ। ਗੁਰੂ ਕੀ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਆ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਹ ਤੋਂ ਸਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ, ਲੇਖੇ ਕਤੇ ਨਾ ਛੂਟੀਏ ਖਿਣ ਖਿਣ ਭੂਲਣ ਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੈ ਦੇਵ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।